गुरु रामदास गुण गावो। श्री अर्जन बिघ्नन के नाशक, बिघ्नन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। गुरु तेग बहादुर परम कृपाला जी, परम कृपाला। श्री गुरु गोबिंद सिंह विसाला। धरों तरा पर पुन पुन सीसा, पुन पुन सीसा। बंदों बार बार जगदीशा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए पुन जीते पंच विकार। तिन संतन को बंदना सिर चरणन पर तार। एक अंकारा सतगुरु जे प्रसाद सत होए। वाहिगुरु जी की फतेह बिघ्न बिनासन सोए। वाहिगुरु जी की फतेह बिघ्न बिनासन सोए। सतनाम श्री वाहिगुरु साहिब जी दोहरा। उतरियो कोठे ग्राम ते वहर, सैन जय संग। सेवा सब विद की करी, पृथ्वीए धार उमंग। उतरियो कोठे ग्राम ते वहर। वाहिगुरु जी का खालसा, वाहिगुरु जी की फतेह। चवर छतर तखत दे मालक, समुची मनुखता सर्व कायनात दे रहबर। दसां ही पातशाहियां दी जोत, शब्द ब्रह्म शब्दा अवतार सतगुरु। धन धन साहिब श्री गुरु ग्रंथ साहिब महाराज सतगुरां दी मुबारक गोद दे विच हाजरी भर रही सतगुरां दी साजी निवाजी सत्कारयोग साध संगत। सतगुरां दा कोटान कोट शुकराना जो धन धन श्री गुरु रामदास पातशाह महाराज जी दे पावन सचखंड दरबार, सचखंड श्री हरमंदर साहिब श्री दरबार साहिब दर्शन इशनान करके सतगुरां दे चरनां विच सिजदा करके गुरद्वारा मंजी साहिब दीवान हाल विखे दिन दे चौथे पहर सजे हुए दीवान दी सारे ही शरधा ते प्यार दे नाल हाजरी भरदे हुए गुरु की बाणी दा रस भिन्ना कीर्तन प्रेम भावना दे तहत सरवण कर रहे सो साध संगत हुण समा है पावन गुर इतिहास दी लड़ीवार कथा विचार दा। जो लड़ीवार इतिहास दा प्रसंग चल रहा सी, धन धन श्री गुरु अर्जन देव जी महाराज पंजवें पातशाह सतगुरां दे पावन जीवन इतिहास विचों कि किवें श्री हरगोबिंद साहिब जी दे शुभ आनंद दे कारज खुशियां खेड़ियां नाल रास होए। इधर बाबा प्रिथी चंद ईरखा दे विच नफरत दे विच भिजे हुए सुली खान नूं चिट्ठी लिख के गुरु अर्जन साहिब महाराज ते गुरु की नगरी अमृतसर दी धरती ते हमला करन वास्ते प्रेरदे। सुली खान उत्थों चिट्ठी लिख के जिथे चलदा है वापस भेजदा है बाबा प्रिथी चंद नूं।
ਸੰਗਤਾਂ ਨੂੰ ਵੀ ਪਤਾ ਲੱਗਦਾ ਹੈ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਤੱਕ ਖਬਰਾਂ ਭੇਜਦੀਆਂ ਨੇ ਕਿ ਇੱਧਰ ਸੁਲੀ ਖਾਂ ਵੱਡੀ ਫੌਜ ਲੈ ਕਰਕੇ ਦਿੱਲੀ ਦੀ ਧਰਤੀ ਤੋਂ ਰਵਾਨਾ ਹੋ ਚੁੱਕਿਆ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਈ ਹੀਲਾ ਵਸੀਲਾ ਕੀਤਾ ਜਾਵੇ। ਵੱਖਰੀਆਂ ਵੱਖਰੀਆਂ ਸਲਾਹਾਂ ਸਭਨਾਂ ਨੇ ਦਿੱਤੀਆਂ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ, ਆਪਣੇ ਸੱਚੇ ਸਤਿਗੁਰੂ ਤੇ ਭਰੋਸਾ ਰੱਖੋ। ਜਿਹੜਾ ਚੜ੍ਹ ਕੇ ਆਉਣ ਵਾਲਾ ਹੈ ਉਹ ਰਸਤੇ ਵਿੱਚ ਹੀ ਆਪਣੀ ਕੀਤੀ ਦੀ ਸਜ਼ਾ ਆਪ ਪ੍ਰਾਪਤ ਕਰ ਲੈ। ਇਹ ਗੱਲ ਸੁਣ ਕਰਕੇ ਸੰਗਤਾਂ ਬੜੀਆਂ ਖੁਸ਼ ਹੁੰਦੀਆਂ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੁਖ ਤੋਂ ਬੋਲੇ ਹੋਏ ਬੋਲ ਕਦੀ ਵਿਅਰਥ ਨਹੀਂ ਜਾਂਦੇ। ਕਿਉਂਕਿ ਜਿਹੋ ਜੀ ਸੋਚ ਕੋਈ ਲੈ ਕਰਕੇ ਚੱਲਦਾ ਹੈ ਉਹ ਆਪਣੀ ਕੀਤੀ ਹੋਈ ਕਰਨੀ ਦਾ ਫਲ ਆਪਣੀ ਹੀ ਸੋਚ ਕਰਕੇ ਮੰਦਾ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਆਪਣੇ ਬੁਰੇ ਖਿਆਲ, ਬੁਰੀ ਸੋਚ, ਮਾੜੀ ਭਾਵਨਾ ਕਰਕੇ ਉਹ ਆਪਣਾ ਨੁਕਸਾਨ ਆਪ ਕਰ ਲੈਂਦਾ। ਇੱਧਰ ਬਾਬਾ ਪ੍ਰਿਥੀ ਚੰਦ ਉਡੀਕ ਵਿੱਚ ਨੇ ਕਦੋਂ ਸੁਲੀ ਖਾਂ ਚੜ੍ਹ ਕੇ ਆਵੇ। ਸੁਲੀ ਖਾਂ ਨੇ ਚੱਲਣ ਲੱਗਿਆਂ ਦਿੱਲੀ ਤੋਂ ਚੰਦੂ ਦੀਵਾਨ ਪਾਪੀ ਦੇ ਨਾਲ ਇਹ ਸਲਾਹ ਕੀਤੀ ਕਿ ਮੈਂ ਜਾਵਾਂਗਾ ਤੇ ਮੇਰੇ ਮਗਰ ਗੁਰੂ ਘਰ ਦੇ ਖਿਲਾਫ ਚੁਗਲੀਆਂ ਕਰਦਾ ਰਹੀਂ ਤੇ ਮੇਰੀ ਵਡਿਆਈ ਬਾਦਸ਼ਾਹ ਦੇ ਕੋਲ ਕਰਦਾ ਰਹੀਂ। ਇਸ ਤਰੀਕੇ ਦੇ ਨਾਲ ਹੌਲੀ ਹੌਲੀ ਰਸਤੇ ਦਾ ਪੰਧ ਮੁਕਾਉਂਦਿਆਂ ਹੋਇਆਂ ਬਾਬਾ ਪ੍ਰਿਥੀ ਚੰਦ ਜੀ ਦੇ ਪਿੰਡ ਦੇ ਬਾਹਰ-ਬਾਰ ਆ ਕਰਕੇ ਉਸਨੇ ਟਿਕਾਣਾ ਕੀਤਾ। ਬਾਬਾ ਪ੍ਰਿਥੀ ਚੰਦ ਜੀ ਨੂੰ ਖਬਰ ਮਿਲਦੀ ਹੈ, ਬੜੇ ਚਾਵਾਂ ਨਾਲ ਜਾ ਕਰਕੇ ਸੁਲੀ ਖਾਂ ਦਾ ਸਵਾਗਤ ਕਰਨ ਵਾਸਤੇ ਪਹੁੰਚਦੇ ਨੇ। ਕਿਵੇਂ ਫਿਰ ਬਾਬਾ ਪ੍ਰਿਥੀ ਚੰਦ ਜੀ ਮਿਲ ਕਰਕੇ ਜੋ ਅੱਗੇ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਦੇ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਸਦਕਾ ਕਿਵੇਂ ਸੁਲੀ ਖਾਂ ਦਾ ਆਪਣੇ ਹੀ ਮਾੜੀ ਸੋਚ ਦੇ ਕਰਕੇ ਕਿਸ ਤਰੀਕੇ ਦੇ ਨਾਲ ਉਹਨੂੰ ਉਹਦੀ ਕਰਨੀ ਦੀ ਸਜ਼ਾ ਆਪ ਮਿਲਦੀ ਹੈ। ਇਹ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਸਾਰੇ ਹੀ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤਰਿਓ ਕੋਠੇ ਗ੍ਰਾਮ ਤੇ ਵਹਿਰ ਸੈਨ ਜੈ ਸੰਗ। ਇਸ ਤਰੀਕੇ ਦੇ ਨਾਲ ਦਿੱਲੀ ਦੀ ਧਰਤੀ ਤੋਂ ਸੁਲੀ ਖਾਂ ਵੱਡੀ ਫੌਜ ਲੈ ਕਰਕੇ ਚੱਲਿਆ ਤੇ ਕੋਠੇ ਪਿੰਡ ਜਿਹੜਾ ਬਾਬਾ ਪ੍ਰਿਥੀ ਚੰਦ ਜੀ ਦਾ ਪਿੰਡ ਸੀ, ਉਸ ਪਿੰਡ ਤੋਂ ਬਾਹਰ-ਵਾਰ ਉਹਨੇ ਟਿਕਾਣਾ ਕੀਤਾ, ਕਿਉਂਕਿ ਫੌਜ ਵੱਡੀ ਹੈ ਤੇ ਵੱਡੀ ਫੌਜ ਹੋਣ ਕਰਕੇ ਉਹ ਪਿੰਡ ਦੇ ਅੰਦਰ ਦਾਖਲ ਨਹੀਂ ਹੋ ਸਕਦਾ। ਬਾਹਰ-ਵਾਰ ਉਹਨੇ ਫੌਜ ਦਾ ਟਿਕਾਣਾ ਕਰ ਦਿੱਤਾ। ਵੱਡੀ ਫੌਜ ਨਾਲ ਲੈ ਕਰਕੇ ਪਹੁੰਚਿਆ ਹੈ। ਸੇਵਾ ਸਭ ਵਿਦ ਕੀ ਕਰੀ ਪ੍ਰਿਥੀਏ ਧਾਰ ਉਮੰਗ। ਬਾਬਾ ਪ੍ਰਿਥੀ ਚੰਦ ਜੀ ਅਗਲਵਾਂਡੀ ਹੋ ਕੇ ਉਹਨੂੰ ਮਿਲਣ ਵਾਸਤੇ ਗਏ ਸੀ। ਘੋੜਿਆਂ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਕੀਤਾ, ਸੈਨਾ ਵਾਸਤੇ ਘਿਓ ਅੰਨ ਆਦਿਕ ਰਸਦਾਂ ਦਾ ਪ੍ਰਬੰਧ ਕੀਤਾ। ਬੜੇ ਚਾਵਾਂ ਦੇ ਨਾਲ ਜਾ ਕਰਕੇ ਜਿਵੇਂ ਕਿਤੇ ਬਹੁਤ ਪਿਆਰਾ ਉਹਦਾ ਕੋਈ ਸੱਜਣ ਆਇਆ ਹੋਵੇ, ਇਸ ਤਰੀਕੇ ਦੇ ਨਾਲ ਬਾਬਾ ਪ੍ਰਿਥੀ ਚੰਦ ਜੀ ਮਿਲਦੇ ਨੇ। ਬੜਾ ਮਨ ਵਿੱਚ ਉਹਨਾਂ ਦੇ ਖੁਸ਼ੀ ਹੈ, ਚਾਅ ਹੈ ਤੇ ਹਰ ਤਰੀਕੇ ਨਾਲ ਬਾਬਾ ਪ੍ਰਿਥੀ ਚੰਦ ਸੁਲੀ ਖਾਂ ਦੀ ਸੇਵਾ ਕਰਦੇ ਹਨ। ਚੌਪਈ ਜਾਫਤ ਹੀ ਦਰਬ ਲੈ ਗਇਓ। ਹੁਣ ਬਾਬਾ ਪ੍ਰਿਥੀ ਚੰਦ ਸੁਲੀ ਖਾਂ ਨੂੰ ਖੁਸ਼ ਕਰਨ ਵਾਸਤੇ ਕਿ ਮੇਰਾ ਕੰਮ ਕਰਨ ਵਾਸਤੇ ਆਇਆ, ਪ੍ਰਾਹੁਣਚਾਰੀ ਵਾਸਤੇ, ਸਵਾਗਤ ਵਾਸਤੇ ਆਪਣੇ ਨਾਲ ਕੁਝ ਧਨ ਵੀ ਜਿਹੜਾ ਸੀ ਉਹ ਲੈ ਕਰਕੇ ਸੁਲੀ ਖਾਂ ਦੇ ਕੋਲ ਪਹੁੰਚਦੇ ਹਨ। ਜੈ ਸੁਡੇਰੇ ਪ੍ਰਾਪਤ ਭਇਓ। ਉਹ ਸਾਰਾ ਧਨ ਲੈ ਕਰਕੇ ਜਿੱਥੇ ਡੇਰਾ ਕੀਤਾ ਸੀ ਪਿੰਡ ਦੇ ਬਾਹਰ-ਬਾਰ ਸੁਲੀ ਖਾਂ ਨੇ ਉਹਨੂੰ ਜਾ ਕਰਕੇ ਮਿਲਦੇ ਹਨ। ਨਾਲ ਜਿਹੜਾ ਧਨ ਲੈ ਕਰਕੇ ਗਏ ਸਨ, ਤੰਬੂ ਮੈਂ ਮਿਲ ਕੇ ਸੋ ਦਇਓ। ਸੁਲੀ ਖਾਂ ਦਾ ਜਿੱਥੇ ਤੰਬੂ ਲੱਗਾ ਸੀ ਸਾਧ ਸੰਗਤ, ਉਸ ਤੰਬੂ ਵਿੱਚ ਜਾ ਕਰਕੇ ਆਪਣੇ ਵੱਲੋਂ ਸੁਲੀ ਖਾਂ ਨੂੰ ਖੁਸ਼ ਕਰਨ ਵਾਸਤੇ ਬਾਬਾ ਪ੍ਰਿਥੀ ਚੰਦ ਜੀ ਜਿਹੜਾ ਧਨ ਲੈ ਕੇ ਗਏ ਸੀ, ਉਹ ਮਾਇਆ, ਉਹ ਧਨ ਜਿਹੜਾ ਹੈ ਉਹਨੂੰ ਬੜੇ ਮਾਣ ਦੇ ਨਾਲ ਪ੍ਰਾਹੁਣਚਾਰੀ ਕਰਦਿਆਂ ਹੋਇਆਂ ਉਹਨੂੰ ਭੇਟ ਕਰਦੇ ਹਨ। ਗੁਰ ਘਰ ਕੁਨ ਕਾ ਭਾਖਤ ਭਇਓ। ਤੇ ਆਪਣੇ ਵੱਲੋਂ ਜਦੋਂ ਅੱਗੋਂ ਸੁਲੀ ਖਾਂ ਕਹਿੰਦਾ ਨਹੀਂ ਭਾਈ ਇਹਦੀ ਕੀ ਲੋੜ ਹੈ, ਕਿਉਂ ਇਹੋ ਜੀ ਖੇਚਲ ਕੀਤੀ ਹੈ, ਤੇ ਅੱਗੋਂ ਕਹਿੰਦੇ ਨਹੀਂ ਮੈਂ ਕੋਈ ਖੇਚਲ ਨਹੀਂ ਕੀਤੀ ਹੈ ਤੇ ਤੈਨੂੰ ਗੁਰੂ ਘਰ ਦਾ ਕੁਣਕਾ ਸੁਆਇਆ ਜਿਹਾ ਜਿਵੇਂ ਕਿਹਾ ਜਾਂਦਾ, ਕੁਣਕਾ ਮਾਤਰ ਭਾਵੇਂ ਤੇ ਤੈਨੂੰ ਪ੍ਰਸ਼ਾਦ ਦੇ ਰਹੇ ਆ, ਇਹ ਗੁਰੂ ਘਰ ਦਾ ਪ੍ਰਸ਼ਾਦ ਹੈ। ਕਿਉਂਕਿ ਬਾਬਾ ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ ਤੇ ਸੁਲੀ ਖਾਂ ਵੀ ਇਹ ਗੱਲ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਰਸਤੇ ਤੋਂ ਹਟਾ ਕੇ ਮੈਂ ਤੈਨੂੰ ਗੁਰਗੱਦੀ ਤੇ ਬਿਠਾਵਾਂਗਾ। ਤੇ ਇਸ ਕਰਕੇ
ਉਹ ਇਹ ਗੱਲ ਕਹਿੰਦੇ ਨੇ ਤੈਨੂੰ ਮੈਂ ਕੋਈ ਧਨ ਨਹੀਂ ਦੇ ਰਿਹਾ, ਬਲਕਿ ਗੁਰੂ ਘਰ ਦਾ ਤੈਨੂੰ ਮੈਂ ਪ੍ਰਸ਼ਾਦ ਦੇ ਰਿਹਾ ਹਾਂ। ਸੁਲਹੀ ਕੈ ਸਭ ਕਿਰਪਾ ਤੁਮਾਰੀ। ਅੱਗੋਂ ਸੁਲੀ ਖਾਂ ਉਹ ਕਹਿੰਦਾ ਜੀ ਤੇਰੀ ਬੜੀ ਵੱਡੀ ਕਿਰਪਾ ਹੈ। ਮਿੱਤਰ ਸੀ, ਇਸ ਕਰਕੇ ਮਿੱਤਰ ਜਾਣ ਕਰਕੇ ਦੋਵੇਂ ਇਹ ਪਾਪੀ ਦੁਸ਼ਟ ਅਵਸਥਾ ਦੇ ਵਿੱਚ ਧਾਰਨੀ ਹੋ ਕਰਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਆ। ਤੇ ਸੁਲੀ ਖਾਂ ਅੱਗੋਂ ਬਾਬਾ ਪ੍ਰਿਥੀ ਧਨ ਧਰਿਓ ਸੋ ਲਿਆਏ ਅਗਾਰੀ। ਮੇਰੇ ਅੱਗੇ ਧਨ ਲਿਆ ਕਰਕੇ ਕਿਉਂ ਰੱਖਿਆ, ਇਹਦੀ ਕੀ ਲੋੜ ਸੀ, ਇਹੋ ਜੀ ਖੇਚਲ ਭਲਾ ਕਿਉਂ ਕੀਤੀ ਹੈ। ਨਹੀਂ ਲੇਤ ਬਰ ਬਸ ਇਨ ਦੀਨੋ। ਪਰ ਅੱਗੋਂ ਜਿਵੇਂ ਕਈ ਵਾਰ ਬੰਦਾ ਇਨਕਾਰ ਜਿਹਾ ਕਰਦਾ ਹੈ, ਧਨ ਦਾ ਲਾਲਚੀ ਸੁਲਹੀ ਖਾਂ ਦਿਖਾਵੇ ਮਾਤਰ ਕਰਕੇ ਨਹੀਂ ਇਹਦੀ ਲੋੜ ਨਹੀਂ ਸੀ, ਧਨ ਨਹੀਂ ਚਾਹੀਦਾ, ਇਸ ਤਰੀਕੇ ਨਾਲ ਸੰਗਤ ਜੀ ਕਰਦਾ ਹੈ। ਤੇ ਅੱਗੋਂ ਬਾਬਾ ਪ੍ਰਿਥੀ ਚੰਦ ਜੀ ਵੀ ਫਿਰ ਬਦੋ ਬਦੀ ਮੱਲੋ ਜੋਰੀ ਧੱਕੇ ਦੇ ਨਾਲ ਉਹਨੂੰ ਧਨ ਦੇ ਦਿੰਦੇ ਨੇ। ਨਹੀਂ ਭਾਈ ਇਹ ਤੇ ਪ੍ਰਸ਼ਾਦ ਹੈ, ਤੈਨੂੰ ਕਿਹੜਾ ਅਸੀਂ ਧਨ ਦੇ ਰਹੇ। ਇਸ ਤਰੀਕੇ ਦੇ ਨਾਲ ਕਹਿ ਕੇ ਮੱਲੋ ਜੋਰੀ ਬਦੋ ਬਦੀ ਕਰਕੇ ਉਹਨੂੰ ਉਹ ਧਨ ਦੇ ਦਿੰਦੇ ਹਨ। ਸੇਵਾ ਤੇ ਪ੍ਰਸੰਨ ਅਤ ਕੀਨੋ। ਬੜੀ ਸੇਵਾ ਕੀਤੀ ਬਾਬਾ ਪ੍ਰਿਥੀ ਚੰਦ ਜੀ ਨੇ ਸੁਲਹੀ ਖਾਨ ਪਾਪੀ ਦੀ, ਤੇ ਸੇਵਾ ਕਰਕੇ ਉਹਨੂੰ ਖੁਸ਼ ਕਰ ਰਹੇ ਨੇ ਕਿ ਜੇ ਖੁਸ਼ ਹੋ ਜਾਏਗਾ ਤੇ ਮੇਰੇ ਕਾਰਜ ਕਰ ਦਵੇਗਾ। ਮਸਲਤ ਹਿਤ ਇਕੰਤ ਹੋਏ ਵੈਸੇ। ਫਿਰ ਕਿਵੇਂ ਕਾਰਜ ਕਰਨੇ ਨੇ, ਇਹ ਗੱਲ ਦੀ ਸਲਾਹ ਕਰਨ ਵਾਸਤੇ ਬਾਬਾ ਪ੍ਰਿਥੀ ਚੰਦ ਤੇ ਸੁਲੀ ਖਾਂ ਇੱਕ ਥਾਂ ਤੇ ਇਕੱਠੇ ਇਕਾਂਤ ਦੇ ਵਿੱਚ, ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ, ਉਹ ਦੋਵੇਂ ਜਾਣੇ ਵੱਖਰੇ ਜਿਹੇ ਹੋ ਕਰਕੇ ਬੈਠ ਗਏ ਹਨ। ਕਹਿ ਪ੍ਰਿਥੀ ਆਪ ਕਰਹੂੰ ਕੈਸੇ। ਤੇ ਹੁਣ ਬਾਬਾ ਪ੍ਰਿਥੀ ਚੰਦ ਪੁੱਛਦੇ ਨੇ ਭਾਈ ਸੁਲੀ ਖਾਨ ਨੂੰ, ਆਪਣੇ ਮਿੱਤਰ ਨੂੰ, ਕਿ ਹਾਂਜੀ ਹੁਣ ਦੱਸੋ ਕਿਵੇਂ ਕੰਮ ਅੱਗੇ ਕੀਤੇ ਜਾਣਗੇ। ਭਾਵ ਜਿਹੜੇ ਕੰਮ ਵਾਸਤੇ ਤੈਨੂੰ ਬੁਲਾਇਆ ਹੈ ਉਹ ਕੰਮ ਕਿਵੇਂ ਕੀਤਾ ਜਾਵੇਗਾ। ਦਿਨ ਪ੍ਰਤ ਧਨੀ ਅਦਕਰਿਪ ਹੋਵਾ। ਕਿ ਦਿਨ ਰਾਤ ਜਿਹੜਾ ਸਾਡਾ ਦੁਸ਼ਮਣ ਹੈ ਉਹ ਤੇ ਬਹੁਤ ਧਨਵਾਨ ਹੁੰਦਾ ਜਾ ਰਿਹਾ। ਗੁਰੂ ਘਰ ਦੇ ਕੇਵਲ ਧਨ ਵਾਲੇ ਪਾਸੇ ਬਾਬੇ ਪ੍ਰਿਥੀ ਚੰਦ ਦਾ ਧਿਆਨ ਹੈ। ਇਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਸਿਫਤਾਂ ਵਾਲੇ ਪਾਸੇ ਧਿਆਨ ਨਹੀਂ, ਉਹ ਕਰਨੀ ਵਾਲੇ ਪਾਸੇ ਧਿਆਨ ਨਹੀਂ। ਕਿ ਉਹ ਤੇ ਮੇਰਾ ਦੁਸ਼ਮਣ ਜਿਹੜਾ ਹੈ, ਗੁਰੂ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਇਹੋ ਜਿਹੇ ਭਾਅ ਨੇ ਬਾਬਾ ਪ੍ਰਿਥੀ ਚੰਦ ਦੇ ਕਿ ਉਹ ਤੇ ਬੜਾ ਧਨਵਾਨ ਦਿਨ ਰਾਤ ਹੁੰਦਾ ਜਾ ਰਿਹਾ ਹੈ। ਖਰਚਿਓ ਬਹੁਤ ਸੁਤ ਵਿਆਹ ਸੰਜੋਵਾ। ਕਿ ਪਤਾ ਲੱਗਾ ਹੈ ਕਿ ਪਿਛਲੇ ਦਿਨੀ ਉਹਨੇ ਆਪਣੇ ਪੁੱਤਰ ਦਾ ਵਿਆਹ ਕੀਤਾ, ਤੇ ਉਸ ਵਿਆਹ ਦੇ ਵਿੱਚ ਵੀ ਬਹੁਤ ਧਨ ਜਿਹੜਾ ਸੀ ਉਹਨਾਂ ਖਰਚਿਆ ਹੈ। ਸ਼ਾਹੂ ਤਰਾਸ ਵੀ ਨਾਹਿਨ ਮੰਨਹਿ। ਤੇ ਨਾਲ ਕੰਨ ਭਰਦਾ ਹੋਇਆ ਸੁਲੀ ਖਾਨ ਨੂੰ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਤੇ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ, ਮੁਗਲਿਆ ਸਲਤਨਤ ਦਾ, ਹਕੂਮਤ ਦਾ ਉਹਨਾਂ ਦੇ ਮਨ ਵਿੱਚ ਕੋਈ ਖੌਫ ਨਹੀਂ ਹੈ। ਤੁਮ ਰਾਵਣ ਕੋ ਕਛੂ ਨਾ ਜਾਣਹਿ। ਨਾ ਉਹ ਬਾਦਸ਼ਾਹ ਦੇ ਵਜ਼ੀਰਾਂ ਅਹਿਲਕਾਰਾਂ ਕਿਸੇ ਨੂੰ ਕੱਖ ਨਹੀਂ ਜਾਣਦਾ। ਜਿਹੜਾ ਬੰਦਾ ਕੰਨ ਭਰਦਾ ਹੈ ਨਾ, ਚੁਗਲੀ ਕਰਦਾ ਹੈ ਸਾਧ ਸੰਗਤ, ਉਹਨੇ ਇਹ ਨਹੀਂ ਵੇਖਣਾ ਕਿ ਮੈਂ ਸੱਚ ਬੋਲ ਰਿਹਾ ਹਾਂ ਕਿ ਝੂਠ ਬੋਲ ਰਿਹਾ। ਉਹਨੇ ਆਪਣੇ ਵੱਲੋਂ ਹਰ ਤਰੀਕੇ ਦੇ ਨਾਲ ਜਿਸ ਦੇ ਖਿਲਾਫ ਕੰਨ ਭਰਨੇ ਹੁੰਦੇ ਆ, ਉਹ ਝੂਠ ਸੱਚ ਬੋਲ ਬੋਲ ਕੇ ਆਪਣੀ ਗੱਲ ਕਹੀ ਜਾਂਦਾ ਹੈ। ਵੈਸੇ ਵੀ ਗੁਰੂ ਨਾਨਕ ਦਾ ਘਰ ਕਿਸੇ ਦੁਨਿਆਵੀ ਪਾਤਸ਼ਾਹ ਬਾਦਸ਼ਾਹ ਦੀ ਪਰਵਾਹ ਨਹੀਂ ਕਰਿਆ ਕਰਦਾ, ਕੇਵਲ ਨਿਰੰਕਾਰ ਦੇ ਭੈ ਵਿੱਚ ਰਹਿਣਾ ਜਿਸ ਦਰ ਘਰ ਦੇ ਵਿੱਚੋਂ ਹਮੇਸ਼ਾ ਸਿਖਾਇਆ ਜਾਂਦਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੀ ਗੱਲ ਜਿਸ ਦਰ ਤੇ ਸਿਖਾਈ ਜਾਂਦੀ ਹੈ, ਰੱਬੀ ਭੈ ਵਿੱਚ ਰਹਿਣਾ ਸਿਖਾਇਆ ਹੈ, ਦੁਨੀਆ ਦੇ ਕਿਸੇ ਬੰਦੇ ਤੋਂ ਡਰ ਕੇ ਰਹਿਣਾ ਨਹੀਂ ਸਿਖਾਇਆ। ਉੱਥੇ ਬਾਬਾ ਪ੍ਰਿਥੀ ਚੰਦ ਕਹਿੰਦੇ ਨਾ ਤੇ ਉਹ ਬਾਦਸ਼ਾਹ ਤੋਂ ਡਰਦੇ ਨੇ, ਨਾ ਉਹ ਕਿਸੇ ਅਮੀਰ ਵਜ਼ੀਰ ਕਿਸੇ ਬਾਦਸ਼ਾਹ ਦੇ ਅਹਿਲਕਾਰ ਤੋਂ ਡਰਦੇ ਹਨ। ਸ਼ਾਹੂ ਦੀਵਾਨ ਸੁਤਾ ਕੋ ਨਾਤਾ। ਇਦਾਂ ਕੰਨ ਭਰਦਿਆਂ ਕਹਿੰਦੇ ਨੇ ਕਿ ਬਾਦਸ਼ਾਹ ਦਾ ਦੀਵਾਨ ਜਿਹੜਾ ਚੰਦੂ ਸੀ, ਉਹਦੀ ਲੜਕੀ ਦਾ ਜਿਹੜਾ ਰਿਸ਼ਤਾ ਸੀ, ਮੋਰਿਓ ਕਹਿ ਕੂਕਰ ਬਖਿਆਤਾ। ਗੁਰੂ ਨਾਨਕ ਦਾ ਘਰ ਜਦੀ ਕਿਸੇ ਦੇ ਪ੍ਰਤੀ ਵੀ ਮਾੜੇ ਬੋਲ ਨਹੀਂ ਬੋਲਦਾ। ਤੇ ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਉਹ ਤੇ ਉਹਨੂੰ ਕੂਕਰ ਕਹਿ ਕੇ, ਇਸ ਢੰਗ ਦੇ ਮਾੜੇ ਸ਼ਬਦ ਬੋਲ ਕਰਕੇ ਉਹਨਾਂ ਨੇ ਉਹਦਾ ਰਿਸ਼ਤਾ ਮੋੜਦਾ। ਹਾਲਾਂਕਿ ਇਹ ਸ਼ਬਦ ਜਿਹੜੇ ਨੇ, ਜਿਹੜੇ ਸਹੀ ਮਾਇਨੇ ਵਿੱਚ ਚੰਦੂ ਵੱਲੋਂ ਗੁਰੂ ਘਰ ਦੇ ਖਿਲਾਫ ਜਿਹੜੇ ਅਪਸ਼ਬਦ ਬੋਲੇ ਗਏ ਸਨ, ਪਰ ਉਲਟਾ ਇਹ ਕੰਨ ਭਰੇ ਗਏ ਕਿ ਇਹਨਾਂ ਨੇ ਉਹਨੂੰ ਕੂਕਰ ਆਖਿਆ ਹੈ, ਮਾੜੇ ਸ਼ਬਦ ਬੋਲੇ ਹਨ। ਇਸ ਤਰੀਕੇ ਨਾਲ ਕੁਫਰ ਬੋਲਦਿਆਂ ਬੋਲਦਿਆਂ ਕੰਨ ਭਰਦੇ ਨੇ ਬਾਬਾ ਪ੍ਰਿਥੀ ਚੰਦ। ਸੋਹੇ ਅਚਰਜ ਹੋਏ ਤਿਸ ਦੇਖੇ। ਕਹਿੰਦੇ ਮੈਨੂੰ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਚੰਦੂ ਏਡਾ ਵੱਡਾ ਅਹਿਲਕਾਰ ਹੋਵੇ, ਸਰਕਾਰੇ ਦਰਬਾਰੇ ਉਹਦੀ ਚੱਲਦੀ ਹੋਵੇ, ਤੇ ਇਹਨਾਂ ਨੂੰ ਕੋਈ ਡਰ ਹੀ ਨਹੀਂ।
ਇਹਨਾਂ ਉਹਦੀ ਲੜਕੀ ਦਾ ਰਿਸ਼ਤਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਬੜਾ ਹੈਰਾਨ ਹਾਂ। ਸਭ ਸੋ ਕਰੇ ਹੰਕਾਰ ਵਸੇਖੇ। ਜਿਹੜਾ ਆਪ ਚੋਰ ਹੈ ਉਹਨੂੰ ਚੋਰ ਸਾਰੇ ਨਜ਼ਰ ਆਉਂਦੇ ਆ, ਜਿਹੜਾ ਆਪ ਹੰਕਾਰੀ ਹੈ ਉਹਨੂੰ ਸਾਰੇ ਹੀ ਹੰਕਾਰੀ ਨਜ਼ਰ ਆ ਰਹੇ ਹੈ। ਗੁਰੂ ਨਾਨਕ ਦਾ ਘਰ ਜਿਹੜਾ ਨਿਮਰਤਾ ਦਾ ਦਰ ਘਰ ਹੈ, ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜੇ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੁਰੇ। ਨਿਮਰਤਾ ਵਿੱਚ ਰਹਿਣਾ ਸਿਖਾਇਆ ਗੁਰੂ ਅਰਜਨ ਸਾਹਿਬ ਨੂੰ। ਇਹ ਹੰਕਾਰੀ ਕਹਿ ਰਿਹਾ ਹੈ ਬਾਬਾ ਪ੍ਰਿਥੀ ਚੰਦ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਕਾਬਲ ਦੇਸ਼ ਵੱਲੋਂ ਕੁਝ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ। ਅੱਗੇ ਪਹਿਲੀ ਵਾਰ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਸੀ ਤੇ ਕਾਲੀ ਕਾਲੀ ਨਾਲ ਜਦੋਂ ਚੱਲ ਕੇ ਪਹੁੰਚੀਆਂ ਨੇ ਤੇ ਹੁਣ ਮਨ ਵਿੱਚ ਹੈ ਕਿ ਛੇਤੀ ਨਾਲ ਜਾ ਕੇ ਗੁਰੂ ਕੇ ਦਰਸ਼ਨ ਕਰੀਏ ਪਾਵਨ ਸੱਚਖੰਡ ਦੇ ਅੰਦਰ ਪਹੁੰਚ ਕੇ। ਹੁਣ ਜੋੜਿਆਂ ਦੀ ਤੇ ਸਮਾਨ ਦੀ ਰਾਖੀ ਕੌਣ ਕਰੇ? ਹੁਣ ਸੁੰਦਰ ਜੋੜਾ ਘਰ ਬਣੇ ਨੇ, ਗਠੜੀ ਘਰ ਬਣੇ ਨੇ। ਅੱਜ ਕੱਲ੍ਹ ਤੁਸੀਂ ਉਹਨਾਂ ਸਥਾਨਾਂ ਤੇ ਸਾਰਾ ਸਮਾਨ ਵੀ ਰੱਖਦੇ ਹੋ, ਸੇਵਾਦਾਰ ਸੇਵਾ ਕਰਕੇ ਸੰਭਾਲ ਕਰਦੇ ਆ। ਪੁਰਾਣੇ ਜੋੜੇ ਲਿਆਉਂਦੇ ਹੋ, ਚੰਗੀ ਪਾਲਿਸ਼ ਕਰਕੇ ਨਵੇਂ ਮਿਲ ਜਾਂਦੇ, ਸਾਰਾ ਪ੍ਰਬੰਧ ਹੈ। ਉਦੋਂ ਵੀ ਸੰਗਤਾਂ ਭਾਵਨਾ ਨਾਲ ਸੇਵਾ ਕਰਦੀਆਂ ਸਨ ਤੇ ਕਹਿੰਦੇ ਹੁਣ ਜੋੜਿਆਂ ਦੀ ਸਮਾਨ ਦੀ ਰਾਖੀ ਭਾਵ ਸਮਾਨ ਦਾ ਪ੍ਰਬੰਧ ਕੌਣ ਕਰੇ? ਅਚਾਨਕ ਕਿਉਂਕਿ ਕਾਲੀ ਸਭ ਦੇ ਮਨ 'ਚ ਸੀ ਗੁਰੂ ਅਰਜਨ ਸਾਹਿਬ ਦੇ ਛੇਤੀ ਨਾਲ ਜਾ ਕੇ ਦਰਸ਼ਨ ਕਰੀਏ, ਸਤਿਗੁਰਾਂ ਦੇ ਦੀਦਾਰ ਕਰੀਏ। ਪਰ ਕਹਿੰਦੇ ਜਦੋਂ ਸਾਰੇ ਕਹਿੰਦੇ ਅਸੀਂ ਵੀ ਛੇਤੀ ਜਾਣਾ ਹੈ, ਅਸੀਂ ਵੀ ਛੇਤੀ ਦਰਸ਼ਨ ਕਰਨੇ ਨੇ, ਤੇ ਅਚਾਨਕ ਇੱਕ ਗੁਰਸਿੱਖ ਗਲ ਵਿੱਚ ਪੱਲਾ ਪਾਇਆ ਤੇ ਹੱਥ ਜੋੜ ਕੇ ਕਹਿੰਦਾ ਤੁਸੀਂ ਸੱਚਖੰਡ ਦਰਬਾਰ ਦੇ ਅੰਦਰ ਜਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਨਤਮਸਤਕ ਹੋਵੋ, ਮੈਂ ਤੁਹਾਡੇ ਸਮਾਨ ਦੀ ਸਾਰੇ ਦੀ ਰਾਖੀ ਮੈਂ ਕਰਦਾ। ਕਹਿੰਦੇ ਸੰਗਤਾਂ ਬੜੀਆਂ ਖੁਸ਼ ਹੋ ਕਰਕੇ ਜਦੋਂ ਅੰਦਰ ਸੱਚਖੰਡ ਦੇ ਅੰਦਰ ਗਈਆਂ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੰਦਰ ਅਸਥਾਨ, ਸੁੰਦਰ ਕੀਰਤਨ ਦਰਬਾਰ ਸ਼ੋਭਨੀਕ ਨੇ। ਬਾਬਾ ਬੁੱਢਾ ਸਾਹਿਬ ਤੋਂ ਪੁੱਛਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿੱਥੇ ਨੇ? ਉਹ ਕਹਿਣ ਲੱਗੇ ਧੰਨ ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਤੇ ਬਾਹਰ ਤੁਸੀਂ ਉਹ ਬਾਹਰ ਛੱਡ ਕਰਕੇ ਆਏ ਹੋ। ਜਦੋਂ ਸੰਗਤਾਂ ਬਾਹਰ ਆਈਆਂ ਹੈਰਾਨ ਹੋ ਕੇ ਵੇਖਦੀਆਂ ਨੇ, ਬਾਹਰ ਆਏ ਤੇ ਕੀ ਪੈ ਵੇਖਣ, ਹਾਥੀ ਰਹਿ ਗਏ ਜੋੜੇ, ਪੰਜਵੇਂ ਨਾਨਕ ਧੰਨ ਗੁਰੂ ਅਰਜਨ ਸਾਫ਼ ਕਰਨ ਪਏ ਜੋੜੇ। ਗਲ ਵਿੱਚ ਪੱਲਾ ਪਾਇਆ ਤੇ ਸੰਗਤਾਂ ਦੇ ਸਮਾਨ ਦੀ ਕੱਲੀ ਰਾਖੀ ਨਹੀਂ ਕਰ ਰਹੇ, ਜਿਹੜੇ ਜੋੜੇ ਸਨ ਸੰਗਤਾਂ ਦੇ ਉਹ ਆਪਣੇ ਹੱਥਾਂ ਨਾਲ ਜੋੜੇ ਵੀ ਸਾਫ਼ ਕਰ ਰਹੇ। ਇੰਨੀ ਨਿਮਰਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਹੜਾ ਸੰਗਤ ਦਾ ਮਾਣ ਕਰਦੇ ਐ, ਨਿਮਰਤਾ ਵਿੱਚ ਰਹਿਣ ਵਾਲੇ, ਸਾਨੂੰ ਨਿਮਰਤਾ ਵਿੱਚ ਰਹਿਣਾ ਸਿਖਾਇਆ। ਅੱਜ ਵੀ ਵੱਡੇ ਵੱਡੇ ਲੋਕ ਕਾਰਾਂ ਤੇ ਆਉਂਦੇ ਨੇ, ਕੋਠੀਆਂ ਵਾਲੇ, ਕਾਰਾਂ ਵਾਲੇ, ਫੈਕਟਰੀਆਂ ਵਾਲੇ, ਅੱਜ ਗੁਰੂ ਘਰ ਵਿੱਚ ਆ ਕਰਕੇ ਜੋੜਿਆਂ ਦੀ ਸੇਵਾ ਕਰਦਿਆਂ ਹੋਇਆਂ ਪਾਲਿਸ਼ਾਂ ਕਰਦੇ ਨੇ, ਭਾਵਨਾ ਦੇ ਨਾਲ ਆ ਕੇ ਕੋਈ ਪੋਚਾ ਲਾ ਰਿਹਾ, ਕੋਈ ਲੰਗਰ ਦੇ ਵਿੱਚ ਸੇਵਾ ਕਰ ਰਿਹਾ, ਜੂਠੇ ਭਾਂਡੇ ਬਰਤਨ ਫੜ ਰਿਹਾ। ਇਹ ਨਿਮਰਤਾ ਸਤਿਗੁਰੂ ਪਾਤਸ਼ਾਹ ਦੇ ਦਰ ਘਰ ਤੋਂ ਸਿੱਖ ਨੂੰ ਸਿਖਾਈ ਗਈ ਹੈ। ਤੇ ਬਾਬਾ ਪ੍ਰਿਥੀ ਚੰਦ ਨਿਮਰਤਾ ਦੇ ਪੁੰਜ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਹਿ ਰਿਹਾ, ਉਹਨਾਂ ਦੇ ਮਨ 'ਚ ਬੜਾ ਹੰਕਾਰ ਹੈ। ਤੇ ਪ੍ਰਿਥੀ ਚੰਦ ਜੀ ਦੀ ਇਹ ਭਾਵਨਾ ਕਿ ਚੰਦੂ ਦੀ ਲੜਕੀ ਦਾ ਉਹਨਾਂ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਜਦਕਿ ਗੁਰੂ ਸਾਹਿਬ ਨੇ ਚੰਦੂ ਨੂੰ ਹੰਕਾਰੀ ਜਾਣ ਕੇ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਸੀ। ਅਬਲਾ ਰੋਮ ਨਾ ਬਾਂਕੋ ਹੋਵਾ। ਕਹਿੰਦੇ ਪਰ ਏਡੇ ਵੱਡੇ ਉਹਨਾਂ ਦੇ ਘਰ ਦੀ ਗੱਲ ਅਜੇ ਤੱਕ ਕੋਈ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਦਿੱਤਾ ਹੈ, ਪਰ ਗੁਰੂ ਅਰਜਨ ਸਾਹਿਬ ਦਾ ਕੋਈ ਵਾਲ ਵੀ ਵਿੰਗਾ ਕਿਸੇ ਨਹੀਂ ਕੀਤਾ। ਵਧਤ ਪ੍ਰਤਾਪ ਅਦਕੀ ਜੋਵਾ। ਕਹਿੰਦੇ ਇਸ ਦਿਨ ਰਾਤ ਉਹਨਾਂ ਦਾ ਪ੍ਰਤਾਪ ਵੱਧਦਾ ਜਾ ਰਿਹਾ ਹੈ, ਤਾਕਤ ਵੱਧਦੀ ਜਾ ਰਹੀ ਹੈ, ਸਿਫਤਾਂ ਵੱਧਦੀਆਂ ਜਾ ਰਹੀਆਂ ਨੇ, ਲੋਕਾਂ ਵਿੱਚ ਜਸ ਫੈਲਦਾ ਜਾ ਰਿਹਾ ਹੈ। ਸੁਨ ਸੁਲਹੀ ਨੇ ਧੀਰਜ ਦੀਨੋ। ਇਹ ਸਾਰੀ ਗੱਲ ਬਾਬਾ ਪ੍ਰਿਥੀ ਚੰਦ ਜੀ ਜਿਵੇਂ ਕੰਨ ਭਰਦੇ ਨੇ ਸੁਲੀ ਖਾਨ ਦੇ, ਅੱਗੋਂ ਸੁਲੀ ਖਾਨ ਹੌਸਲਾ ਦਿੰਦਿਆਂ ਹੋਇਆਂ ਆਖਦਾ ਹੈ, ਸਾਉ ਸੰਗ ਆਵਤ ਕਹਿ ਲੀਨੋ। ਕਹਿਣ ਲੱਗੇ ਪਰੇਸ਼ਾਨ ਨਾ ਹੋਵੋ, ਜਦੋਂ ਮੈਂ ਦਿੱਲੀੋਂ ਚੱਲਿਆ ਸੀ ਬਾਦਸ਼ਾਹ ਦੇ ਕੋਲੋਂ ਹੋ ਕਰਕੇ ਆਗਿਆ ਲੈ ਕਰਕੇ ਹੀ ਮੈਂ ਆਇਆ ਹਾਂ। ਬਹੁਰ ਚੰਦੂ ਕੋ ਸਕਲ ਜਨਾਈ। ਫਿਰ ਚੰਦੂ ਦੇ ਵੀ ਮੈਂ ਚੰਗੀ ਤਰ੍ਹਾਂ ਵਿਸ਼ਵਾਸ ਵਿੱਚ ਲੈ ਕੇ ਇਹ ਗੱਲ ਪੱਕੀ ਕਰਕੇ ਸਾਰੀ ਗੱਲਬਾਤ ਦੱਸ ਕੇ ਚੰਦੂ ਨੂੰ ਆਇਆ ਹਾਂ। ਸਾਉ ਸਮੀਪੀ ਰਹੇ ਸਹਾਈ। ਉਹ ਵੀ ਬਾਦਸ਼ਾਹ ਦੇ ਕੋਲ ਸਾਡੀ ਸਹਾਇਤਾ ਕਰਦਾ ਰਹੇਗਾ, ਸਾਡੀਆਂ ਵਡਿਆਈਆਂ ਤੇ ਗੁਰੂ ਘਰ ਦੇ ਔਗਣ ਬਣਾ ਬਣਾ ਕੇ ਦੱਸਦਾ ਰਹੇਗਾ। ਪਹੁੰਚਤ ਸ੍ਰੀ ਅਰਜਨ ਗਹਿ ਲੈ ਹੋਂ। ਕਹਿੰਦੇ ਜਿੱਦਾਂ ਹੀ ਮੈਂ ਅੰਮ੍ਰਿਤਸਰ ਪਹੁੰਚਾਂਗਾ ਗੁਰੂ ਕੀ ਨਗਰੀ,
ਜਾਂਦਿਆਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਕੜ ਲਵਾਂਗਾ ਕਰ ਬੰਧਨ ਕਿਸ ਦੁਰਗ੍ਰਹਿ ਹੋਂ। ਤੇ ਗ੍ਰਿਫਤਾਰ ਕਰਕੇ ਕਿਸੇ ਨਾ ਕਿਸੇ ਕਿਲੇ ਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਰੱਖਾਂਗਾ। 1-2 ਮਾਸ ਰਖੋਂ ਵਿਦੇ ਐਸੇ। 1-2 ਮਹੀਨੇ ਤੱਕ ਇਸ ਤਰੀਕੇ ਦੇ ਨਾਲ ਰੱਖਾਂਗਾ ਤਾਂ ਕਿ ਜੇ ਰੌਲਾ ਗੋਲਾ ਲੋਕ ਪਾਉਣ ਤੇ ਮੈਂ ਵੇਖਾਂਗਾ ਕਿ ਪ੍ਰਤੀਕਰਮ ਕੀ ਹੁੰਦਾ ਹੈ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ। ਜਾ ਕੇ ਗ੍ਰਿਫਤਾਰ ਕਰਾਂਗਾ ਤੇ ਗ੍ਰਿਫਤਾਰ ਕਰਕੇ ਕਿਸੇ ਨਾ ਕਿਸੇ ਕਿਲੇ ਦੇ ਅੰਦਰ ਕਿਸੇ ਇਹੋ ਜਿਹੀ ਥਾਂ ਤੇ ਉਹਨਾਂ ਨੂੰ ਕੈਦ ਕਰ ਲਵਾਂਗਾ ਤੇ 1-2 ਮਹੀਨੇ ਤੱਕ ਉਡੀਕ ਕਰਾਂਗਾ ਤੇ ਉਹਨਾਂ ਨੂੰ ਕੈਦ ਵਿੱਚ ਹੀ ਰੱਖਾਂਗਾ। ਫੇਰ ਲਿਓ ਨਰਗਨ ਕਹਿ ਜੈਸੇ। ਫਿਰ ਵੇਖਾਂਗਾ ਲੋਕ ਕੀ ਆਖਦੇ ਨੇ, ਕਿਹੋ ਜਿਹਾ ਲੋਕਾਂ ਦਾ ਮਾਹੌਲ ਹੈ, ਕਿੰਨਾ ਕੁ ਰੌਲਾ ਪਾਉਂਦੇ ਨੇ ਤੇ ਲੋਕਾਂ ਦਾ ਆਲੇ ਦੁਆਲੇ ਦਾ ਮਾਹੌਲ ਵੇਖ ਕੇ ਫਿਰ ਅਗਲਾ ਕੰਮ ਬਾਅਦ ਚ ਕਰਾਂਗਾ। ਜਦ ਮਿਟ ਜਾਏ ਕਹਿਣ ਤੇ ਬ੍ਰਿੰਦ। ਜਦੋਂ ਵੇਖਾਂਗਾ ਕਿ ਲੋਕ ਹੁਣ ਰੌਲਾ ਰਾਲਾ ਪਾ ਕੇ ਚੁੱਪ ਕਰ ਗਏ ਨੇ, ਵੇਖਾਂਗਾ ਸ਼ਾਂਤੀ ਪਸਰ ਗਈ ਹੈ, ਹੁਣ ਕੋਈ ਕਿਸੇ ਪ੍ਰਕਾਰ ਦਾ ਰੋਸ ਨਹੀਂ, ਕੋਈ ਬਗਾਵਤ ਵਾਲਾ ਨਹੀਂ, ਤੇ ਫਿਰ ਸਾਰੇ ਪਾਸੇ ਤੋਂ ਚੰਗੀ ਤਰ੍ਹਾਂ ਪਰਖ ਪੜਚਾਲ ਕਰਕੇ ਲੋਕਾਂ ਦੀ ਚੁੱਪ ਸ਼ਾਂਤੀ ਵੇਖ ਕੇ ਰੁਖ ਲਖ ਲੈਹੂੰ ਸ਼ਾਹ ਬਿਲੰਦ। ਨਾਲੇ ਬਾਦਸ਼ਾਹ ਦਾ ਵੀ ਰੁਖ ਵੇਖ ਲਾਂਗਾ ਕਿ ਬਾਦਸ਼ਾਹ ਕਿਸ ਪਾਸੇ ਨੂੰ ਕਰਦਾ ਹੈ, ਉਹਦੀ ਕੀ ਸੋਚ ਹੈ, ਬਾਦਸ਼ਾਹ ਦੀ ਕੀ ਵਿਚਾਰ ਹੈ। ਤਹਿ ਪਾਛਾ ਹੋਏ ਕੈਦ ਮਝਾਰੀ। ਤੇ ਕਹਿੰਦੇ ਇਸ ਤਰੀਕੇ ਦੇ ਨਾਲ ਫਿਰ ਉਸੇ ਕੈਦਖਾਨੇ ਦੇ ਵਿੱਚ ਕਹਿ ਕਹਿ ਸੋ ਤਬ ਦੈਹੋਂ ਮਾਰੀ। ਕਹਿੰਦੇ ਫਿਰ ਇੱਕ ਦਿਨ ਫਿਰ ਸਮਾਂ ਵੇਖ ਕਰਕੇ ਤੇਰੇ ਦੁਸ਼ਮਣ ਨੂੰ ਮੈਂ ਖਤਮ ਕਰ ਦਿਆਂਗਾ। ਇਸ ਤਰੀਕੇ ਦੀ ਪਲਾਨਿੰਗ ਸੁਲੀ ਖਾਂ ਦੱਸਦਾ। ਅੱਜ ਵੀ ਸਰਕਾਰਾਂ ਐਵੇਂ ਕਰਦੀਆਂ ਨੇ, ਪਹਿਲਾਂ ਕੈਦ ਪਾ ਕੇ ਫਿਰ ਸੋਚਦੇ ਨੇ ਕਿਤੇ ਲੋਕਾਂ ਦਾ ਰੋਸ ਆਦਿਕ ਹਟ ਜੇ, ਫਿਰ ਆਪਣੇ ਤਰੀਕੇ ਦੇ ਨਾਲ ਅੱਜ ਵੀ ਇਹ ਚਾਲਾਂ ਸਰਕਾਰਾਂ ਚੱਲਦੀਆਂ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ। ਉਦੋਂ ਵੀ ਸੁਲੀ ਖਾਂ ਇਹ ਸੋਚ ਲੈ ਕੇ ਚੱਲਿਆ ਹੈ। ਤੋਹੇ ਬਨੈ ਹੋ ਗੁਰ ਜਗ ਕੇਰਾ। ਕਹਿੰਦੇ ਫਿਰ ਕਹਿੰਦੇ ਤੇਰੇ ਦੁਸ਼ਮਣ ਨੂੰ ਮਾਰ ਕੇ ਮੈਂ ਤੈਨੂੰ ਜਗਤ ਦਾ ਗੁਰੂ ਬਣਾ ਦਿਆਂਗਾ। ਚੌਂ ਦਿਸਤੇ ਧਨ ਮਿਲੈ ਕਨੇਰਾ। ਫਿਰ ਤੈਨੂੰ ਚਾਰੇ ਪਾਸੇ ਤੋਂ ਬਹੁਤ ਧਨ ਮਿਲੇਗਾ। ਸੰਗਤ ਸਕਲ ਪਾਏ ਤਬ ਪੂਜੈ। ਲੋਕ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੀ ਪੂਜਾ ਕਰਿਆ ਕਰਨਗੇ ਪ੍ਰਿਥੀ ਚੰਦ। ਸੁਤ ਜੁਤ ਰਹਿਣ ਦਿਓ ਨਾ ਦੂਜਹਿ। ਫਿਰ ਚੇਤੇ ਰੱਖੀ ਤੇਰਾ ਕੋਈ ਦੁਸ਼ਮਣ ਨਾ ਮੈਂ ਦੁਸ਼ਮਣ ਤੇ ਨਾ ਦੁਸ਼ਮਣ ਦਾ ਪੁੱਤਰ ਰਹਿਣ ਦਿਆਂਗਾ। ਇਦਾਂ ਸੁਲੀਖਾ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਤੇ ਸ਼੍ਰੀ ਹਰਗੋਬਿੰਦ ਸਾਹਿਬ ਦੋਵਾਂ ਨੂੰ ਮੈਂ ਰਸਤੇ ਤੇਰੇ ਚੋਂ ਹਟਾ ਦਿਆਂਗਾ। ਨਿਜ ਬਲ ਤਬੇ ਸਫਲਤਾ ਪਾਉ। ਮੇਰੇ ਕੋਲ ਜਿਹੜੀ ਤਾਕਤ ਹੈ, ਮੈਂ ਆਪਣੀ ਤਾਕਤ ਦੇ ਨਾਲ ਇਸ ਕੰਮ ਦੇ ਵਿੱਚ ਇੰਨੀ ਤਾਕਤ ਹੈ ਕਿ ਇਸ ਕੰਮ 'ਚ ਮੈਂ ਵਿਫਲ ਨਹੀਂ ਹੋਵਾਂਗਾ, ਇਹ ਕੰਮ ਜ਼ਰੂਰ ਸਿਰੇ ਚਾੜਾਂਗਾ। ਤੋਬ ਰਿਪ ਸੁਤ ਜੁਤ ਜਬ ਮਰਵਾਉ। ਕਹਿੰਦੇ ਮੇਰਾ ਨਾਂ ਵੀ ਸੁਲੀ ਖਾਂ ਨੇ। ਜਦੋਂ ਤੱਕ ਮੈਂ ਤੇਰੇ ਪੁੱਤਰ ਭਾਵ ਤੇਰੇ ਦੁਸ਼ਮਣ ਤੇ ਦੁਸ਼ਮਣ ਦੇ ਪੁੱਤਰ ਨੂੰ ਚੰਗੀ ਤਰ੍ਹਾਂ ਖਤਮ ਨਹੀਂ ਕਰ ਲੈਂਦਾ, ਨਾਹੀਂ ਤਾਂ ਧਿਕ ਜੀਵਨ ਹੈ ਮੇਰਾ। ਲੱਖ ਲਾਹਨਤ ਮੇਰੇ ਜੀਵਨ ਤੇ, ਮੇਰੇ ਇਸ ਸੰਸਾਰ ਦੇ ਵਿੱਚ ਤੇਰਾ ਕਾਹਦਾ ਮੈਂ ਮਿੱਤਰ ਹਾਂ ਜੇ ਮੈਂ ਤੇਰੇ ਦੁਸ਼ਮਣ ਨੂੰ ਤੇ ਦੁਸ਼ਮਣ ਦੇ ਪੁੱਤਰ ਨੂੰ ਖਤਮ ਨਾ ਕਰ ਸਕਾਂ। ਗੁਰੂ ਅਰਜਨ ਸਾਹਿਬ ਤੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਤੀ ਇਹੋ ਜੀ ਮਾੜੀ ਸੋਚ ਦੇ ਬੋਲ ਇਹ ਪਾਪੀ ਸੁਲੀ ਖਾਂ ਬੋਲਦਾ ਹੈ। ਜਿਉ ਸਖਾ ਕੋ ਸੁਖ ਨਾ ਬਡੇਰਾ। ਕਾਹਦਾ ਫਿਰ ਤੂੰ ਮੇਰਾ ਮਿੱਤਰ ਜੇ ਮੈਂ ਆਪਣੇ ਮਿੱਤਰ ਨੂੰ ਸੁੱਖ ਨਾ ਦੇ ਸਕਿਆ। ਗਹਿਨ ਤਿਸੈ ਪੂਰਬ ਅਬਲਾਖਾ। ਕਹਿੰਦੇ ਮੈਂ ਤੇ ਪਹਿਲਾਂ ਵੀ ਉਹਨੂੰ ਫੜ ਲੈਣਾ ਸੀ, ਪਹਿਲਾਂ ਵੀ ਫੜਨ ਦੀ ਤਿਆਰੀ ਕਰ ਬੈਠਾ ਸਾਂ। ਗਇਓ ਵਡਾਲੀ ਮੈਂ ਤਬ ਰਾਖਾ। ਪਰ ਜਦੋਂ ਮੈਂ ਫੜਨ ਵਾਸਤੇ ਪਹਿਲਾਂ ਗਿਆ ਸੀ ਤੇ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਵਡਾਲੀ, ਹੁਣ ਗੁਰੂ ਕੀ ਵਡਾਲੀ ਜਿੱਥੇ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੈ ਉੱਥੇ ਚਲੇ ਗਏ ਸਨ। ਨਾਹੀਂ ਤਾਂ ਕਰਤ ਕਾਜ ਤਬ ਸਾਰਾ। ਪਰ ਜੇ ਕਹਿੰਦੇ ਉਦੋਂ ਵੀ ਉਹ ਨਗਰ ਛੱਡ ਕੇ ਨਾ ਗਏ ਹੁੰਦੇ, ਸੁਲੀਹੇ ਖਾ ਕਹਿੰਦਾ ਹੈ ਤੇ ਮੈਂ ਇਹ ਜਿਹੜਾ ਕੰਮ ਹੁਣ ਤੈਨੂੰ ਦੱਸ ਰਿਹਾ ਪਹਿਲਾਂ ਵੀ ਇਹ ਕੰਮ ਮੈਂ ਕਰ ਦੇਣਾ ਸੀ। ਅਵਲੋ ਤੋ ਕਬੀ ਕੋ ਮਾਰਾ। ਕਹਿੰਦੇ ਇਹ ਹੁਣ ਦੀ ਦੁਬਾਰਾ ਯਤਨ ਨਾ ਕਰਨਾ ਪੈਂਦਾ, ਮੈਂ ਉਦੋਂ ਹੀ ਇਹ ਕਾਰਜ ਕਰ ਲੈਂਦਾ, ਉਦੋਂ ਹੀ ਤੇਰੇ ਦੁਸ਼ਮਣ ਨੂੰ ਖਤਮ ਕਰ ਦੇਣਾ ਸੀ ਪ੍ਰਿਥੀ ਚੰਦ। ਤੋਰੀ ਬਾਤ ਨਾ ਚੰਦ ਜਨਾਈ। ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖੀ, ਤੇਰੀ ਜਿਹੜੀ ਲੜਾਈ ਵਾਲੀ ਗੱਲ ਹੈ ਨਾ, ਇਹ ਮੈਂ ਚੰਦੂ ਜਿਹੜਾ ਅਹਿਲਕਾਰ ਹੈ ਸਰਕਾਰੀ ਉਹਦੇ ਤੱਕ ਤੇਰੀ ਗੱਲ ਨਹੀਂ ਦੱਸੀ ਕਿ ਗੁਰੂ ਅਰਜਨ ਸਾਹਿਬ ਦਾ ਭਰਾ ਜਿਹੜਾ ਬਾਬਾ ਪ੍ਰਿਥੀ ਚੰਦ ਹੈ ਉਹਨੇ ਮੈਨੂੰ ਚਿੱਠੀ ਭੇਜ ਕੇ ਬੁਲਾਇਆ ਹੈ, ਇਹ ਗੱਲ ਮੈਂ ਚੰਦੂ ਨੂੰ ਅਜੇ ਦੱਸੀ ਨਹੀਂ ਹੈ। ਰਿਪ ਮਾਰੇ ਤਬ ਦਿਉ ਮਿਲਾਈ। ਹਾਂ ਜੇ ਤੇਰਾ ਕੰਮ ਹੋ ਗਿਆ ਤੇ ਉਸ ਵਕਤ ਤੇਰਾ ਦੁਸ਼ਮਣ ਖਤਮ ਕਰਕੇ
ਮੈਂ ਤੈਨੂੰ ਚੰਦੂ ਦੇ ਨਾਲ ਵੀ ਤੇਰਾ ਮੇਲ ਜੋਲ ਕਰਾ ਦਿਆਂਗਾ। ਸਾਹੁ ਸੰਗ ਅਰ ਸੰਗ ਦੀਵਾਨ। ਇਸ ਤਰ੍ਹਾਂ ਸੁਲੀ ਖਾਂ ਸਾਧ ਸੰਗਤ ਬਾਬਾ ਪ੍ਰਿਥੀ ਚੰਦ ਨੂੰ ਕਹਿੰਦਾ, ਨਾਲੇ ਮੈਂ ਬਾਦਸ਼ਾਹ ਨਾਲ ਤੇਰਾ ਮੇਲ ਕਰਾ ਦਿਆਂਗਾ ਬਾਅਦ ਚ, ਨਾਲੇ ਸ਼ਾਹ ਦੇ ਦੀਵਾਨ ਮੰਤਰੀ ਸਲਾਹਕਾਰ ਉਹਨਾਂ ਨਾਲ ਵੀ ਤੇਰੀ ਗੱਲਬਾਤ ਬਣਾ ਦਿਆਂਗਾ। ਬਨ ਜਹੈ ਤੋ ਬਾਤ ਮਹਾਨ। ਕਹਿੰਦੇ ਇਸ ਤਰੀਕੇ ਨਾਲ ਤੇਰੀ ਗੱਲ ਬਾਦਸ਼ਾਹ ਨਾਲ, ਬਾਦਸ਼ਾਹ ਦੇ ਵਜ਼ੀਰਾਂ ਨਾਲ ਸਾਰੇ ਪਾਸੇ ਬਣ ਜਾਏਗੀ, ਬੜੀ ਵੱਡੀ ਗੱਲ ਤੇਰੀ ਸਾਰੇ ਪਾਸੇ ਹੋ ਜਾਏਗੀ। ਇਮ ਮਸਲਤ ਸੁਨ ਸਦਨ ਸਿਧਾਰਾ। ਇਸ ਤਰੀਕੇ ਦੀਆਂ ਸਲਾਹਾਂ ਜਦੋਂ ਕਰਦਿਆਂ ਹੋਇਆਂ ਆਪਣੇ ਪੱਖ ਦੀਆਂ ਗੱਲਾਂ ਬਾਬਾ ਪ੍ਰਿਥੀ ਚੰਦ ਸੁਣਦੇ ਐ ਤੇ ਸੁਣ ਕਰਕੇ ਬੜੀ ਖੁਸ਼ੀ ਨਾਲ ਉਸ ਤੋਂ ਫਿਰ ਆਪਣੇ ਘਰ ਦੇ ਵਿੱਚ ਬਾਬਾ ਪ੍ਰਿਥੀ ਚੰਦ ਆਉਂਦੇ ਹਨ। ਸੁਲੀ ਸੁਪਤਿਓ ਨਿਸਾ ਮਝਾਰਾ। ਇਸ ਤਰ੍ਹਾਂ ਸਾਧ ਸੰਗਤ ਤੇ ਪਹਿਲੀ ਰਾਤ ਜਿਹੜੀ ਹੈ ਜਿੱਥੇ ਕੋਠੇ ਪਿੰਡ ਦੇ ਵਿੱਚ ਰਾਤ ਬਾਬਾ ਪ੍ਰਿਥੀ ਚੰਦ ਆਪਣੇ ਘਰ ਵਿੱਚ ਸੌਂਦੇ ਨੇ, ਡੇਰੇ ਦੇ ਵਿੱਚ ਜਿੱਥੇ ਤੰਬੂ ਲਾਏ ਸਨ, ਉੱਥੇ ਸੁਲੀ ਖਾਂ ਵੀ ਰਾਤ ਆਰਾਮ ਨਾਲ ਸੌਂ ਕੇ ਬਤੀਤ ਕਰਦਾ ਹੈ। ਪ੍ਰਾਤ ਭਈ ਕਰ ਸੋਚ ਸ਼ਨਾਨਾ। ਫਿਰ ਰਾਤ ਬਤੀਤ ਹੁੰਦੀ ਹੈ, ਰੱਬ ਦਾ ਨਾਂ ਇਹਨਾਂ ਨੂੰ ਕਿੱਥੇ ਚੇਤੇ ਆਉਣਾ, ਸਰੀਰਕ ਸੋਚ ਇਸ਼ਨਾਨ ਜਿਵੇਂ ਕਰਕੇ ਨਹਾ ਧੋ ਕੇ ਆਕੀ ਸਰੀਰਕ ਕਿਰਿਆ ਸੋਧ ਕਰਕੇ ਤਿਆਰ ਹੋਏ ਹਨ। ਇਹ ਦਿਵਸ ਚਰੇ ਤਿਸ ਨਿਕਟ ਪਿਆਨਾ। ਰੱਬ ਦੇ ਨਾਮ ਤੋਂ ਟੁੱਟੇ ਹੋਏ, ਰੱਬ ਨੂੰ ਭੁੱਲੇ ਹੋਏ, ਈਰਖਾ ਨਫ਼ਰਤ ਚ ਭਰੇ ਹੋਏ ਇਹ ਪਾਪੀ ਦੋਵੇਂ ਫੇਰ ਇਕੱਠੇ ਹੋ ਜਾਂਦੇ ਹਨ। ਬੈਠ ਗਇਓ ਤੈ ਸਹਿਜ ਸੁਭਾਏ। ਬਾਬਾ ਪ੍ਰਿਥੀ ਚੰਦ ਫੇਰ ਦਿਨ ਚੜੇ ਤੇ ਆਪਣੇ ਮਿੱਤਰ ਸੁਲੀ ਖਾਂ ਦੇ ਕੋਲ ਚੜ ਕੇ ਆਉਂਦਾ। ਬੜੇ ਧਿਆਨ ਨਾਲ ਸੁਣਨ ਵਾਲਾ ਪ੍ਰਸੰਗ ਹੈ ਕਿ ਇਹ ਪਾਪੀ ਦਾ ਹੁਣ ਅੰਤ ਕਿਵੇਂ ਹੁੰਦਾ ਹੈ। ਇਕਾਗਰਤਾ ਬਣਾ ਕਰਕੇ ਸਾਰਿਆਂ ਨੇ ਪ੍ਰਸੰਗ ਸਰਵਣ ਕਰਨਾ। ਕਹਿੰਦੇ ਇੱਧਰ ਕਹਿੰਦੇ ਫੇਰ ਉਹ ਸਹਿਜ ਸੁਭਾਅ ਬਾਬਾ ਪ੍ਰਿਥੀ ਚੰਦ ਜੀ ਸੁਲੀ ਖਾਂ ਦੇ ਕੋਲ ਆ ਕੇ ਬੈਠਦੇ ਹਨ। ਬਾਤ ਕਹਿਤ ਨਿਜ ਕੋ ਵਡਿਆਏ। ਤੇ ਗੱਲਾਂ ਬਾਤਾਂ ਦੇ ਵਿੱਚ ਕਈ ਵਾਰ ਬੰਦਾ ਆਪਣੀ ਜਿਵੇਂ ਵਡਿਆਈ ਜੀ ਨਹੀਂ ਕਰਨ ਲੱਗ ਪੈਂਦਾ, ਇਸ ਤਰੀਕੇ ਦੇ ਨਾਲ ਬਾਬਾ ਪ੍ਰਿਥੀ ਚੰਦ ਗੱਲਾਂ ਦੇ ਵਿੱਚ ਸੁਲੀ ਖਾਂ ਦੇ ਕੋਲ ਬੈਠਿਆਂ ਆਪਣੀਆਂ ਹੀ ਸਿਫਤਾਂ ਆਪ ਕਰੀ ਜਾਂਦੇ। ਜਿਹੜਾ ਗੁਰੂ ਨਾਲ ਪਿਆਰ ਕਰਨ ਵਾਲਾ ਕਦੀ ਆਪਣੀ ਸਿਫਤ ਨਹੀਂ ਕਰਦਾ। ਜਿਹੜੇ ਬੰਦੇ ਦੇ ਅੰਦਰ ਖਾਲੀ ਹੋਵੇ ਨਾ, ਔਗਣਾਂ ਦਾ ਭਰਿਆ, ਉਹ ਖਾਲੀ ਆਪਣੇ ਆਪ ਨੂੰ ਹੀ ਸਲਾਉਂਦਾ ਰਹਿੰਦਾ ਹੈ, ਆਪਣੀ ਵਡਿਆਈ ਕਰਦਾ ਰਹਿੰਦਾ। ਜਿਹਦੇ ਅੰਦਰ ਕੱਲੇ ਔਗਣ ਹੋਣ ਉਹ ਆਪਣੀ ਸਿਫਤ ਕਰਦਾ ਹੈ, ਦੂਜੇ ਦੀ ਸਿਫਤ ਕਦੇ ਨਹੀਂ ਉਹਦੇ ਮੁਖ ਚੋਂ ਨਿਕਲੇਗੀ। ਜਿਹੜਾ ਮਨਮੁਖ ਹੰਕਾਰੀ ਪਰਮੁਰਖ ਹੋਏਗਾ, ਪਰ ਜਿਹੜਾ ਗੁਰੂ ਨਾਲ ਜੁੜਿਆ ਕਦੀ ਆਪਣੀ ਸਿਫਤ ਨਹੀਂ ਕਰਦਾ, ਉਹ ਤੇ ਆਪਣੇ ਔਗਣਾਂ ਦੀ ਗੱਲ ਕਰੀ ਜਾਂਦਾ। ਮੇਰੇ 'ਚ ਤੇ ਔਗਣ ਹੀ ਭਰਿਆ। ਭੱਟ ਸਾਹਿਬਾਨ ਦੇ ਬਚਨ ਆਪਾਂ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਜਿਹੜਾ ਗੁਰੂ ਨਾਲ ਪਿਆਰ ਵਿੱਚ ਭਿੱਜਿਆ ਉਹ ਆਪਣੀ ਸਿਫਤ ਨਹੀਂ ਕਰਦਾ, ਪਰ ਬਾਬਾ ਪ੍ਰਿਥੀ ਚੰਦ ਆਪਣੀਆਂ ਹੀ ਵਡਿਆਈਆਂ ਕਰਨ ਲੱਗ ਪਿਆ। ਸੁਨੋ ਸਖਾ ਉਪਕਾਰ ਤਿਹਾਰੋ। ਗੱਲਾਂ ਬਾਤਿਆਂ 'ਚ ਕਹਿੰਦਾ, ਇਹ ਮੇਰੇ ਮਿੱਤਰ ਸੁਲੀ ਖਾਂ ਗੱਲ ਧਿਆਨ ਨਾਲ ਸੁਣ, ਤੇਰੀ ਬੜੀ ਵੱਡੀ ਮੇਰੇ ਤੇ ਪਹਿਲਾਂ ਕਿਰਪਾ ਹੋਈ ਹੈ। ਗ੍ਰਾਮ ਦਿਵਾਇਓ ਬਸੇ ਮਝਾਰੋ। ਆ ਜਿਹੜਾ ਪਿੰਡ ਜਿਹਦੇ ਵਿੱਚ ਮੈਂ ਵਸਿਆ ਹੈ, ਤੂੰ ਆਪ ਹੀ ਬਾਦਸ਼ਾਹ ਦੇ ਕੋਲੋਂ ਮੈਨੂੰ ਆ ਪਿੰਡ, ਵੱਡਾ ਪਿੰਡ ਮੈਨੂੰ ਤੂੰ ਦਵਾਇਆ ਹੈ। ਸੁਖੋ ਪਾਏ ਕਰਿਓ ਨਿਜ ਥਾਨਾ। ਬੜਾ ਇਸ ਥਾਂ ਤੇ ਸੁੱਖ ਨਾਲ ਮੈਂ ਵਾਸ ਕੀਤਾ ਏ, ਬੜੇ ਸੁੱਖ ਬਣੇ ਹੋਏ ਨੇ ਜਿੱਥੇ ਮੈਂ ਹੁਣ ਇਹ ਰਹਿਣਾ ਹਾਂ। ਕੀਨ ਚਨਾਵਨ ਮਹਿਲ ਮਹਾਨਾ। ਤੇ ਮੈਂ ਇਸ ਪਿੰਡ ਦੇ ਵਿੱਚ ਬੜੇ ਸੁੰਦਰ ਰਹਿਣ ਵਾਸਤੇ ਮਹਿਲ ਜਿਹੜੇ ਨੇ ਉਹਦੀ ਉਸਾਰੀ ਜਿਹੜੀ ਹੈ ਉਹ ਕਰਨੀ ਆਰੰਭ ਕਰ ਦਿੱਤੀ ਹੈ। ਬੜੇ ਯਤਨ ਤੇ ਲਗੇ ਪਚਾਵੈ। ਫਿਰ ਉਹ ਉਸਾਰੀ ਦੇ ਵਾਸਤੇ ਜਿੱਥੇ ਇੱਟਾਂ ਆਦਿਕ ਦੀ ਲੋੜ ਪੈਂਦੀ ਹੈ, ਵੱਡੇ ਵੱਡੇ ਆਵੇ ਭੱਠੇ ਜਿਹੜੇ ਨੇ ਆਵੇ, ਇਹ ਵੀ ਇਸ ਥਾਂ ਤੇ ਪਿੰਡ ਦੇ ਵਿੱਚ ਮੈਂ ਆਪਣੇ ਹੀ ਤਿਆਰ ਕੀਤੇ ਹੋਏ ਹਨ। ਪਾਕ ਈਂਟ ਕਾ ਸਦਨ ਬਣਾਵੇ। ਤੇ ਮੈਂ ਆਪਣੇ ਘਰ ਬਣਾਉਣ ਵਾਸਤੇ ਆਪਣੇ ਹੀ ਇਹਨਾਂ ਆਵਿਆਂ ਦੇ ਵਿੱਚ, ਪਿੰਡ ਦੇ ਵਿੱਚ ਇਹਨਾਂ ਭੱਠਿਆਂ ਦੇ ਰਾਹੀਂ ਪੱਕੀਆਂ ਇੱਟਾਂ ਵੀ ਆਪ ਤਿਆਰ ਕਰਦਾ ਹਾਂ। ਕਿਰਪਾ ਠਾਨ ਕਰ ਆਪ ਨਿਹਾਰੋ। ਤੇ ਹੁਣ ਜਿਹੜੀ ਆ ਤੁਸੀਂ ਮੇਰੇ ਤੇ ਕਿਰਪਾ ਕਰਿਓ, ਮੇਰੇ ਮਿੱਤਰ ਨੂੰ, ਆਪਣੇ ਮਿੱਤਰ ਨੂੰ ਕਹਿੰਦਾ ਹੈ ਬਾਬਾ ਪ੍ਰਿਥੀ ਚੰਦ, ਕਿ ਹੁਣ ਕਿਰਪਾ ਕਰਕੇ ਆ ਸਾਰਾ ਕੁਝ ਜਿਹੜਾ ਮੇਰਾ ਪ੍ਰਤਾਪ ਹੈ, ਜੋ ਮੇਰੇ ਕੰਮ ਹੋ ਰਹੇ ਨੇ, ਇਹ ਆਪ ਕਰਕੇ ਨੇੜੇ ਹੋ ਕੇ ਵੇਖਣਾ ਕਰੋ। ਮੋਹਿ ਅਨੰਦ ਕੋ ਆਪਨ ਵਿਚਾਰੋ। ਜਿਹੜਾ ਮੇਰਾ ਆਨੰਦ ਹੈ, ਸੁੱਖ ਹੈ, ਤੁਸੀਂ ਆਪ, ਤੁਹਾਡਾ ਮੇਰਾ ਸੁੱਖ ਇੱਕੋ ਜਿਹਾ ਹੀ ਹੈ ਤੇ ਆਪਾਂ ਰਲ ਕੇ ਇੱਕੋ ਸੁੱਖ ਹੈ। ਇਸ ਕਰਕੇ ਤੁਸੀਂ ਆਪ ਸਾਰਾ ਕੁਝ ਵੇਖੋ, ਵਿਚਾਰੋ ਚੰਗੀ ਤਰੀਕੇ ਨਾਲ। ਮੈਨੂੰ ਕੋਈ ਲਾਲਚ ਨਹੀਂ ਹੈ,
ਮੈਨੂੰ ਕੋਈ ਲਾਲਸਾ ਨਹੀਂ, ਬੜਾ ਕੁਝ ਹੈ ਮੇਰੇ ਕੋਲ। ਲੋਕ ਵਸਾਏ ਕ੍ਰਿਖੀ ਵਿਸਾਲਾ। ਵੇਖੋ ਕਿੰਨਿਆਂ ਲੋਕਾਂ ਨੂੰ ਇਹ ਪਿੰਡ ਵਿੱਚ ਲਿਆ ਕੇ ਵਸਾਇਆ, ਕਿੰਨਿਆਂ ਨੂੰ ਖੇਤੀ ਕਰਨੇ ਲਾਇਆ, ਕਿੰਨੀ ਖੇਤੀ ਮੇਰੇ ਇਲਾਕੇ ਵਿੱਚ ਹੁੰਦੀ ਹੈ। ਆਏ ਪਿਦਾਇਸ਼ ਬਹੁ ਸਭ ਕਾਲਾ। ਹਾੜੀ ਤੇ ਸੌਣੀ ਦੀ ਇਹ ਜਿਹੜੀ ਫਸਲ ਹੈ, ਹਰ ਮੌਸਮ ਦੀ ਜਿਹੜੀ ਫਸਲ ਹੈ, ਇਹ ਵੀ ਵੱਡੇ ਪੱਧਰ ਤੇ ਫਸਲ ਜਿਹੜੀ ਹੈ ਇਹ ਵੀ ਇਥੋਂ ਖੇਤੀ ਕਰਕੇ ਮੈਨੂੰ ਮਿਲਦੀ ਹੈ। ਫਿਰ ਕਰ ਦੇਖੋ ਚੜੋ ਤੁਰੰਗ। ਤੇ ਸੁਲੀ ਖਾਂ ਕਿਉਂਕਿ ਉਹਦੀ ਮੌਤ ਨੇੜੇ ਆ ਰਹੀ ਹੈ ਤੇ ਪ੍ਰੇਰਨਾ ਉਸ ਨਿਰੰਕਾਰ ਵੱਲੋਂ ਬਾਬੇ ਪ੍ਰਿਥੀ ਚੰਦ ਰਾਹੀਂ ਕਰਾਈ ਜਾ ਰਹੀ। ਹੁਣ ਜੋ ਕੁਝ ਮੇਰੀਆਂ ਵਡਿਆਈਆਂ ਨੇ, ਤੁਸੀਂ ਘੋੜੇ ਤੇ ਚੜ੍ਹ ਕੇ ਸੁਲੀ ਖਾਂ ਨੂੰ ਕਹਿੰਦੇ ਨੇ ਕਿ ਘੋੜੇ ਤੇ ਚੜ੍ਹ ਕੇ ਫੇਰ ਕੇ ਆ ਸਭ ਕੁਝ ਤੁਸੀਂ ਪਿੰਡ ਨਗਰ ਵਿੱਚ ਵੇਖਣਾ ਕਰੋ। ਮੈਂ ਚੜ੍ਹ ਚਲੋਂ ਕਾਲ ਕੋ ਸੰਗ। ਕੱਲ ਨੂੰ ਮੈਂ ਵੀ ਤੁਹਾਡੇ ਨਾਲ ਘੋੜੇ ਤੇ ਚੱਲ ਕੇ ਚੱਲਾਂਗਾ। ਅੱਜ ਤੁਸੀਂ ਘੋੜੇ ਤੇ ਚੱਲ ਕੇ ਪਿੰਡ ਨਗਰ ਵੇਖੋ, ਕੱਲ ਮੈਂ ਫਿਰ ਹੋਰ ਬਾਕੀ ਥਾਵਾਂ ਤੇ ਘੋੜੇ ਤੇ ਚੜ੍ਹ ਕੇ ਤੁਹਾਡੇ ਨਾਲ ਚੱਲਾਂਗਾ। ਆਜ ਪਿਖੋ ਮੰਦਰ ਯਾਰ ਆਵੋ। ਏਦਾਂ ਕਰੋ, ਅੱਜ ਤੁਸੀਂ ਜਿਹੜਾ ਪਿੰਡ ਹੈ ਨਾ, ਪਿੰਡ ਦੇ ਸੋਹਣੇ ਸੋਹਣੇ ਘਰ ਜਿਹੜੇ ਬਣੇ ਹੋਏ ਨੇ ਉਹ ਵੇਖ ਲਵੋ। ਨਾਲੇ ਆਵੇ ਜਿੱਥੇ ਇੱਟਾਂ ਪੱਕਦੀਆਂ ਨੇ, ਜਿਹੜੇ ਭੱਠੇ ਨੇ ਇੱਟਾਂ ਨੂੰ ਪਕਾਉਣ ਵਾਲੇ ਆਵੇ ਲੱਗੇ ਹੋਏ ਨੇ, ਉਹ ਵੀ ਆਪ ਪਿੰਡ ਵਿੱਚ ਵਿਚਰ ਕਰਕੇ ਸਾਰੇ ਵੇਖਣਾ ਕਰੋ। ਤੁਮੋ ਦਿਖਾਏ ਹਰਖ ਮੁਝ ਆਵੇ। ਮੈਂ ਤੈਨੂੰ ਵਿਖਾਵਾਂਗਾ ਜਦੋਂ ਇਹ ਚੀਜ਼ਾਂ, ਤੂੰ ਮੇਰਾ ਮਿੱਤਰ ਹੈ, ਮੈਨੂੰ ਬੜੀ ਖੁਸ਼ੀ ਹੋਏਗੀ ਜਦੋਂ ਤੂੰ ਇਹ ਸਾਰਾ ਕੁਝ ਪਿੰਡ ਵਿੱਚ ਵੇਖੇਂਗਾ। ਇਮ ਸੁਨ ਸੁਲਹੀ ਆਨੰਦ ਧਾਰਾ। ਏਦਾਂ ਬਾਬਾ ਪ੍ਰਿਥੀ ਚੰਦ ਨੇ ਜਦੋਂ ਆਪਣੀਆਂ ਵਡਿਆਈਆਂ ਕੀਤੀਆਂ, ਆਪਣੇ ਪਿੰਡ ਵਿੱਚ ਜੋ ਕੁਝ ਉਹ ਕਰ ਰਹੇ ਸੀ, ਸੁਲੀ ਖਾਨ ਨੂੰ ਦੱਸਿਆ, ਨਾਲੇ ਕਹਿੰਦੇ ਵੇਖ ਜਾ ਕਰਕੇ। ਤੇ ਇਹ ਸਾਰੀ ਗੱਲ ਸੁਣ ਕੇ ਸੁਲੀ ਖਾਂ ਬੜਾ ਖੁਸ਼ ਹੋਇਆ ਹੈ। ਭਇਓ ਬਲੋਕਨ ਕੋ ਤਬ ਤਿਆਰਾ। ਤੇ ਪਿੰਡ ਦੇ ਵਿੱਚ ਘਰ ਵੇਖਣ ਲਈ, ਆਵੇ ਵੇਖਣ ਵਾਸਤੇ ਹੁਣ ਸੁਲੀ ਖਾਂ ਉਹਨੇ ਵੀ ਤਿਆਰੀ ਕੱਸ ਲਈ ਹੈ। ਪੁੱਤਰ ਸਖਾ ਸਗਰੇ ਸੰਗ ਚਾਲੇ। ਇਹ ਸੁਲਹੀ ਪਾਪੀ ਨੇ ਆਪਣੇ ਪੁੱਤਰ ਨੂੰ ਨਾਲ ਲਿਆ, ਆਪਣੇ ਮਿੱਤਰ ਆਦਿਕ ਹੋਰ ਜਿਹੜੇ ਮੁਖੀ ਮਨੁੱਖ ਸਨ ਫੌਜ ਦੇ, ਉਹ ਸਾਰੇ ਨਾਲ ਲੈ ਲਏ ਹਨ। ਬਸਤਰ ਸ਼ਸਤਰ ਬਲੋਕਨ ਵਿਸਾਲੇ। ਤਨ ਦੇ ਉੱਪਰ ਬਸਤਰ ਸ਼ਸਤਰ ਬੜੇ ਸੋਹਣੇ ਢੰਗ ਦੇ ਨਾਲ ਇਹਨੇ ਸਜਾ ਲਏ, ਭਾਵ ਸੋਹਣੇ ਕੱਪੜੇ ਆਦਿਕ ਪਾ ਕੇ ਪਿੰਡ ਦੇ ਵਿੱਚ ਹੁਣ ਘੁੰਮਣ ਵਾਸਤੇ ਚੱਲਿਆ ਹੈ। ਪ੍ਰਿਥੀਏ ਕੋ ਕਰ ਸੋ ਕਰ ਗਹਿਓ। ਬੜਾ ਜਿਵੇਂ ਮਿੱਤਰ ਦੋ ਤੁਰਦੇ ਨੇ ਨਾ, ਇੱਕ ਦੂਜੇ ਦੀਆਂ ਬਾਹਾਂ ਫੜ ਲੈਂਦੇ ਨੇ, ਚੱਲ ਮੈਂ ਤੈਨੂੰ ਪਿੰਡ ਵਿਖਾਵਾਂ। ਇਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਜੀ ਨੇ ਉਹਦਾ ਹੱਥ ਫੜ ਲਿਆ, ਚੱਲ ਮੈਂ ਤੈਨੂੰ ਦਿਖਾਉਣਾ ਹਾਂ। ਤੇ ਬਾਹਾਂ ਇੱਕ ਦੂਜੇ ਦੀਆਂ ਫੜ ਕੇ, ਭਾਵ ਹੱਥ ਇੱਕ ਦੂਜੇ ਦੇ ਫੜ ਕਰਕੇ ਮਿੱਤਰਾਂ ਦੇ ਵਾਂਗੂ ਹੁਣ ਪਿੰਡ ਵਿੱਚ ਚੱਲ ਪਏ ਹਨ। ਪ੍ਰਥਮ ਗ੍ਰਾਮ ਕਿਉ ਹੀਰਨ ਚਾਹਿਓ। ਸੁਲੀ ਖਾਂ ਕਹਿੰਦਾ ਪਹਿਲਾਂ ਮੈਂ ਪਿੰਡ ਵੇਖਣਾ ਹੈ, ਤੇਰਾ ਕਿਹੋ ਜਿਹਾ ਹੈ। ਸਨੈ ਸਨੈ ਅੰਤਰ ਚੱਲ ਗਏ। ਹੌਲੀ ਹੌਲੀ ਕਰਦਿਆਂ ਪਿੰਡ ਦੇ ਵਿੱਚ ਪਹੁੰਚਦੇ ਨੇ। ਸਾਰਾ ਪਿੰਡ ਪ੍ਰਿਥੀ ਚੰਦ ਜੀ ਵਿਖਾਉਂਦੇ ਨੇ ਸੁਲੀ ਖਾਨ ਪਾਪੀ ਨੂੰ। ਮੰਦਰ ਸਕਲ ਨਿਹਾਰਤ ਭਏ। ਜਿਹੜੇ ਘਰ ਬਣੇ ਹੋਏ ਸਨ, ਸੋਹਣੇ ਸੋਹਣੇ ਮੰਦਰ ਕਹਿੰਦੇ ਨੇ ਘਰਾਂ ਨੂੰ, ਇਹ ਸੋਹਣੇ ਸੋਹਣੇ ਘਰ ਜਿਹੜੇ ਪਿੰਡ ਦੇ ਸਨ ਉਹ ਸਾਰੇ ਚੰਗੀ ਤਰ੍ਹਾਂ ਵੇਖ ਰਹੇ ਨੇ। ਬੜੀ ਕਾਰੀਗਰੀ ਨਾਲੇ ਪਿੰਡ ਦੇ ਘਰ ਬਣਾਏ ਹਨ। ਅਨਕ ਭਾਂਤ ਕੀ ਬਾਤਨ ਕਰਤੇ। ਨਾਲੇ ਇਹ ਆਪਸ ਦੇ ਵਿੱਚ ਹੁਣ ਪਾਪੀ ਬੰਦਾ ਤੇ ਪਾਪ ਦੀਆਂ ਹੀ ਗੱਲਾਂ ਕਰੇਗਾ, ਗੁਰਮੁਖ ਬੈਠੇ ਹੋਣਗੇ ਰੱਬ ਦੀਆਂ ਗੱਲਾਂ ਕਰਨਗੇ। ਭਾਈ ਗੁਰਦਾਸ ਜੀ ਤੇ ਕਹਿੰਦੇ ਇੱਕ ਸਿੱਖ ਹੈ ਜਿਹੜਾ ਰੱਬ ਨਾਲ ਜੁੜਿਆ, ਉਹ ਗੁਰੂ ਦੀ ਸ਼ਬਦ ਦੇ ਵਿੱਚ ਸੁਰਤ ਟਿਕਾ ਕੇ ਰੱਖਦਾ। ਦੋ ਇਕੱਠੇ ਹੋ ਜਾਣ ਤੇ ਸਾਧ ਸੰਗ ਬਣ ਜਾਂਦਾ ਹੈ ਤੇ ਪੰਜਾਂ ਵਿੱਚ ਪਰਮੇਸ਼ਰ ਵਸਦਾ। ਕਿ ਇੱਕ ਸਿੱਖ ਜਿਹੜਾ ਸਿੱਖੀ ਸਿੱਖਿਆ, ਗੁਰ ਵਿਚਾਰ, ਗੁਰੂ ਦੀ ਵਿਚਾਰ ਨਾਲ ਜੁੜਿਆ, ਉਹ ਸਿੱਖ ਹੈ। ਪਰ ਦੋ ਗੁਰੂ ਦੀ ਵਿਚਾਰ ਵਾਲੇ ਇਕੱਠੇ ਹੋ ਜਾਣ, ਉਹ ਗੁਰੂ ਦੀਆਂ ਗੱਲਾਂ ਕਰਦੇ ਨੇ, ਫਿਰ ਉਹ ਸਾਧ ਸੰਗ ਬਣ ਜਾਂਦਾ। ਤੇ ਪੰਜ ਇਕੱਠੇ ਹੋ ਜਾਣ, ਫਿਰ ਰੱਬ ਲੱਭਣ ਦੀ ਲੋੜ ਨਹੀਂ, ਉਹਨਾਂ ਪੰਜਾਂ ਵਿੱਚ ਪ੍ਰਤੱਖ ਪਰਮੇਸ਼ਰ ਵਸਦਾ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ, ਪੰਜਾਂ 'ਚ ਰੱਬ ਵਸਦਾ। ਪਰ ਇੱਧਰ ਪਾਪੀ ਇਕੱਠੇ ਹੋਏ ਹੋਣ, ਉਹਨਾਂ ਈਰਖਾ ਨਫ਼ਰਤ ਦੀਆਂ ਹੀ ਗੱਲਾਂ ਕਰਨੀਆਂ ਨੇ, ਇਸੇ ਤਰੀਕੇ ਦੀਆਂ ਪਰਪੰਚ ਵੱਲ ਛਲ ਦੀਆਂ ਗੱਲਾਂ ਕਰਦੇ ਜਾਂਦੇ ਹਨ। ਇਹ ਉਤ ਪ੍ਰੇਰਿਤ ਹੇਰਤ ਫਿਰਤੇ। ਇੱਕ ਦੂਜੇ ਨਾਲ ਗੱਲਾਂ ਕਰਦੇ ਹੋਏ, ਇੱਕ ਦੂਜੇ ਨੂੰ ਖੁਸ਼ ਕਰਦੇ ਹੋਏ ਪੂਰਾ ਪਿੰਡ ਨਗਰ ਵੇਖਦੇ ਫਿਰਦੇ ਹਨ। ਗ੍ਰਾਮ ਦਿਖਾਇਓ ਜਿਤਕ ਵਸਾਇਓ। ਜਿੱਡਾ ਵੱਡਾ ਪਿੰਡ ਵਸਾਇਆ ਸੀ ਬਾਬਾ ਪ੍ਰਿਥੀ ਚੰਦ ਨੇ, ਸਾਰਾ ਪਿੰਡ ਸੁਲੀ ਖਾਨ ਨੂੰ ਘੁੰਮ ਫਿਰ ਕੇ ਆਪ ਵਿਖਾਇਆ ਹੈ। ਤੈਤੇ ਪੁਨ ਬਾਹਰ ਨਿਕਸਾਇਓ। ਹੁਣ ਪਿੰਡ ਵੇਖ ਕਰਕੇ ਪਿੰਡ ਤੋਂ ਬਾਹਰ ਵਾਰ ਸੁਲੀ ਖਾਨ ਤੇ ਬਾਬਾ ਪ੍ਰਿਥੀ ਚੰਦ ਨਿਕਲ ਪਏ ਹਨ। ਚਲੇ ਪਚਾਵਨ ਕੀ ਦਿਸ ਫੇਰ। ਤੇ ਜਿਸ ਪਾਸੇ ਹੁਣ ਸਾਧ ਸੰਗਤ ਆਵੇ ਬਣੇ ਹੋਏ ਸਨ, ਆਵਿਆਂ ਵਾਲੇ ਪਾਸੇ, ਭੱਠਿਆਂ ਵਾਲੇ ਪਾਸੇ
ਉਸ ਪਾਸੇ ਨੂੰ ਹੁਣ ਸੁਲੀ ਖਾਨ ਤੇ ਬਾਬਾ ਪ੍ਰਿਥੀ ਚੰਦ ਨਾਲ ਸੁਲੀ ਖਾਨ ਦਾ ਪੁੱਤਰ ਹੈ, ਉਹਦੇ ਮਿੱਤਰ ਹੋਰ ਜਿਹੜੇ ਫੌਜਦਾਰ ਨੇ ਉਹ ਵੀ ਨਾਲ ਚੱਲੇ ਨੇ ਤੇ ਆਵਿਆਂ ਵਾਲੇ ਪਾਸੇ ਨੂੰ ਚੱਲ ਪਏ ਹਨ। ਦੇਖਤ ਲਗੇ ਜੋ ਉੱਚੇ ਢੇਰ, ਦੂਰ ਵੇਖਦੇ ਨੇ ਉਹ ਸਾਹਮਣੇ ਉੱਚੇ ਉੱਚੇ ਢੇਰ ਲੱਗੇ ਹੋਏ ਹਨ। ਪ੍ਰਿਥੀਏ ਕੀ ਸਰਾ ਕੋ ਕਰਤਾ, ਤੇ ਵੇਖ ਵੇਖ ਕੇ ਨਾਲ ਨਾਲ ਸੁਲੀ ਖਾਂ ਸ਼ਲਾਘਾ ਕਰਦਾ ਹੈ, ਬੱਲੇ ਪ੍ਰਿਥੀ ਚੰਦ ਬੜਾ ਵੱਡਾ ਕੰਮ ਕੀਤਾ ਹੈ ਪਿੰਡ ਦੇ ਅੰਦਰ। ਆ ਬੜੇ ਬੜੇ ਸੋਹਣੇ ਭੱਠੇ ਤਿਆਰ ਕੀਤੇ ਨੇ, ਆਵੇ ਤਿਆਰ ਕੀਤੇ ਨੇ, ਬੱਲੇ ਤੇਰੇ। ਇਦਾਂ ਕਰਕੇ ਸਲਾਹ ਕਰਦੇ ਨੇ, ਵਡਿਆਈ ਕਰਦੇ ਨੇ ਪ੍ਰਿਥੀ ਚੰਦ ਦੀ। ਸੁਲੀ ਖਾਨ ਤੇ ਨਾਲ ਦੇ ਫੌਜਦਾਰ ਮੋਹ ਮੈਂ ਪ੍ਰੀਤ ਵਿਸਾਲ ਵਿਚਰਤਾ, ਨਾਲੇ ਗੱਲਾਂ ਕਰਦੇ ਨੇ, ਮੇਰੇ ਮਨ ਵਿੱਚ ਤੇਰੇ ਪ੍ਰਤੀ ਬੜਾ ਪਿਆਰ ਹੈ। ਜਿਹਦੇ ਅੰਦਰ ਪਿਆਰ ਹੋਵੇ ਉਹ ਕਿਸੇ ਨਾਲ ਈਰਖਾ ਨਹੀਂ ਜੇ ਕਰਿਆ ਕਰਦਾ। ਇਹ ਹੰਕਾਰੀ ਮਤਲਬ ਕਰਕੇ ਇੱਕ ਦੂਜੇ ਨਾਲ ਇਕੱਠੇ ਹੋਏ ਤੇ ਸਵਾਰਥੀ ਬੰਦਾ ਕੇਵਲ ਪਿਆਰ ਦੇ ਦਿਖਾਵੇ ਹੀ ਕਰਿਆ ਕਰਦਾ ਹੈ। ਤੇ ਇੱਕ ਦੂਜੇ ਨੂੰ ਮੇਰਾ ਤੇਰੇ ਪ੍ਰਤੀ ਬੜਾ ਪਿਆਰ ਹੈ ਪ੍ਰਿਥੀ ਚੰਦ, ਇਦਾਂ ਸੁਲੀ ਖਾਂ ਆਖਦਾ ਹੈ। ਜਬ ਆਵੇ ਪਰ ਲਗੇ ਅਰੂਡਣ, ਇਧਰ ਸਾਹਮਣੇ ਵੇਖੇ ਨੇ ਕਿ ਆਵੇ ਨੇ ਤੇ ਆਵਿਆਂ ਵਾਲੇ ਪਾਸੇ ਨੂੰ ਉੱਚੀ ਥਾਂ ਤੇ ਜਦੋਂ ਚੜਨ ਲੱਗੇ ਹਨ, ਨਿਕਟ ਮੀਚ ਆਈ ਤਿਨ ਮੂਡਨ, ਇਦਾਂ ਸਮਝ ਲਓ ਕਿ ਜਿਹੜੀ ਮੌਤ ਹੈ ਨਾ, ਜਿਸ ਮੌਤ ਨੇ ਮਨ ਨੂੰ ਖਿੱਚ ਕੇ ਆਪਣੇ ਵੱਲ ਸੱਦਿਆ ਹੋਵੇ। ਜਿਹੜਾ ਬੰਦਾ ਕਈ ਵਾਰ ਮੌਤ ਤੋਂ ਭੱਜਦਾ, ਕਈ ਵਾਰ ਮੌਤ ਆਪਣੀ ਥਾਂ ਤੇ ਲੈ ਜਾਂਦੀ। ਚੇਤੇ ਰੱਖਿਓ, ਸਮਾਂ ਸਥਾਨ ਤੇ ਕਾਰਨ ਇਕੱਠੇ ਹੋ ਜਾਣ, ਕੋਈ ਬੰਦਾ ਮੌਤ ਤੋਂ ਨਹੀਂ ਜੇ ਬਚਦਾ। ਤੇ ਮੌਤ ਇਹ ਨਹੀਂ ਕਿ ਬੰਦਾ ਕਿਸੇ ਥਾਂ ਤੇ ਚਲੇ ਜਾਵੇ, ਅਸਲ ਦੇ ਵਿੱਚ ਮੌਤ ਆਪ ਉਸ ਥਾਂ ਤੇ ਬਹਾਨਾ ਬਣਾ ਕੇ ਲੈ ਜਾਂਦੀ ਹੈ ਜਿੱਥੇ ਬੰਦੇ ਦਾ ਅਖੀਰਲਾ ਸਵਾਸ ਨਿਕਲਣਾ ਹੋਵੇ। ਹੁਣ ਇਹ ਸੁਲੀ ਖਾਨ ਆਪਣੇ ਆਪ ਦੇ ਵਿੱਚ ਗੁਰੂ ਘਰ ਦੇ ਵਿੱਚ ਹਮਲਾ ਕਰਨ ਦੀ ਤਿਆਰੀ ਲੈ ਕੇ, ਮਾੜੀ ਸੋਚ ਲੈ ਕੇ ਚੱਲਿਆ, ਪਰ ਮਨ ਨੂੰ ਮੌਤ ਇਹਨੂੰ ਆਪਣੇ ਵੱਲ ਪ੍ਰੇਰਨਾ ਦੇ ਕੇ ਖਿੱਚ ਰਹੀ ਹੋਵੇ। ਪ੍ਰਿਥੀਏ ਕੋ ਪਿਸ਼ਾਬ ਤਬ ਆਇਓ, ਇੱਧਰ ਰੱਬ ਦੀ ਕਰਨੀ, ਬਾਬਾ ਪ੍ਰਿਥੀ ਚੰਦ ਪਹਿਲਾਂ ਤੇ ਨਾਲ ਚੱਲਦੇ ਨੇ, ਪਰ ਬਾਬਾ ਪ੍ਰਿਥੀ ਚੰਦ ਨੂੰ ਲਘੂ ਸ਼ੰਕਾ ਜਿਹੜੀ ਸੀ ਉਸ ਵਕਤ ਆ ਗਈ ਹੈ। ਤਿਆਗਣ ਲਗਿਓ ਰਹਿਓ ਪਿਛਵਾਇਓ, ਤੇ ਇਹ ਥੋੜਾ ਜਿਹਾ ਅੱਗੇ ਵਧਣ ਲੱਗ ਪਿਆ ਤੇ ਉਹ ਲਘੂ ਸ਼ੰਕਾ ਕਰਨ ਵਾਸਤੇ ਸਰੀਰਕ ਜਿਹੜੀ ਕਿਰਿਆ ਸੀ, ਉਹ ਲਘੂ ਸ਼ੰਕਾ ਦੀ ਸੋਧਣ ਵਾਸਤੇ ਉਹ ਕੁਝ ਸਮੇਂ ਵਾਸਤੇ ਪਿੱਛੇ ਰੁਕ ਗਏ ਹਨ। ਸੁਲਹੀ ਨਿਜ ਸੰਗਨ ਸੋ ਕਹੈ, ਜਿਵੇਂ ਸੁਲੀ ਖਾਨ ਨੂੰ ਮੌਤ ਆਵਾਜ਼ਾਂ ਮਾਰਦੀ ਹੋਵੇ ਆਪਣੇ ਨਾਲ ਦੇ ਸਾਥੀਆਂ ਨੂੰ, ਸੁਲੀ ਖਾਂ ਇਦਾਂ ਕਹਿੰਦਾ ਹੈ, ਚਲੋ ਉਚੇਰੇ ਸਭ ਦਿਸ ਲਹੈ। ਕਈ ਵਾਰ ਬੰਦਾ ਕਹਿੰਦਾ ਨਹੀਂ ਵੇਨੇ ਕੌਣ ਪਹਿਲਾਂ ਪਹੁੰਚਦਾ, ਆਪਾਂ ਦੌੜ ਕੇ ਪਹਿਲਾਂ ਪਹੁੰਚੀਏ ਉੱਚੀ ਥਾਂ ਤੇ। ਨਾਲ ਦਿਆਂ ਨੂੰ ਇਦਾਂ ਮਲਾਜਾ ਮਾਰ ਕੇ ਕਹਿੰਦਾ ਚਲੋ ਉੱਚੀ ਜਿਹੜੀ ਥਾਂ ਨਾ ਟੀਸੀ, ਆਪਾਂ ਸਾਰੇ ਉੱਥੇ ਚੱਲਦੇ ਹਾਂ। ਖਰੇ ਹੋਏ ਚੌਂ ਦਿਸ ਕੋ ਹੇਰੈ, ਕਹਿੰਦੇ ਚਾਰੇ ਪਾਸੇ ਫਿਰ ਉੱਚੀ ਥਾਂ ਤੇ ਜਦੋਂ ਟੀਸੀ ਤੇ ਜਾ ਕੇ ਪਹੁੰਚ ਜਾਵਾਂਗੇ ਤੇ ਉੱਚੀ ਥਾਂ ਤੇ ਨਾ ਜਿਵੇਂ ਸਾਰਾ ਪਿੰਡ ਦੂਰ ਦੂਰ ਤੱਕ ਬੰਦਾ ਸਭ ਕੁਝ ਨਜ਼ਰ ਮਾਰ ਲੈਂਦਾ, ਇਹ ਉੱਚੀ ਥਾਂ ਤੇ ਪਹੁੰਚਿਆ ਹੋਵੇ, ਪਿੰਡ ਵੀ ਨਜ਼ਰ ਆਉਂਦਾ ਹੈ, ਆਲਾ ਦੁਆਲਾ ਵੀ ਸਭ ਵਧੀਆ ਸੋਹਣਾ ਨਜ਼ਰ ਆਉਂਦਾ ਹੈ। ਕਹਿੰਦੇ ਚਾਰੇ ਪਾਸੇ ਵਧੀਆ ਨਜ਼ਰ ਪਏਗੀ, ਸਾਰਾ ਪਿੰਡ ਇਲਾਕਾ ਵਧੀਆ ਦਿਖ ਜਾਏਗਾ। ਤੇ ਚਲੋ ਸਾਰੇ ਉਹ ਸਾਹਮਣੇ ਜਿਹੜੀ ਉੱਚੀ ਟੀਸੀ ਹੈ ਉਹ ਆਵੇ ਦੀ, ਉੱਥੇ ਚੜ ਕੇ ਚੱਲਦੇ ਹਾਂ। ਇਦਾਂ ਸੁਲੀ ਖਾਂ ਆਖਦਾ ਹੈ, ਪਹੁੰਚੈ ਦ੍ਰਿਸ਼ਟ ਦੂਰ ਅਰਨੇਰੈ, ਜਿੱਥੇ ਸਾਡੀ ਨਜ਼ਰ ਦੂਰ ਦੂਰ ਤੱਕ ਨਜ਼ਰ ਪਹੁੰਚ ਜਾਵੇਗੀ। ਹਿਮ ਕੈ ਚੜਿਓ ਬੇਗ ਤੇ ਮਾਨੀ, ਹੰਕਾਰ ਦਾ ਭਰਿਆ ਸੁਲੀ ਖਾਨ, ਹੰਕਾਰੀ ਪੁਰਖ, ਇਸ ਤਰ੍ਹਾਂ ਨਾਲਦਿਆਂ ਨੂੰ ਕਹਿ ਕੇ ਬੜੀ ਤੇਜ਼ੀ ਨਾਲ ਉੱਚੇ ਭੱਠੇ ਵਾਲੇ ਥਾਂ ਤੇ, ਉੱਚੀ ਥਾਂ ਵਾਲੇ ਪਾਸੇ ਨੂੰ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਹੈ। ਨੈ ਨੀਕੇ ਥਲ ਪਿਖ ਅਗਵਾਨੀ, ਪਰ ਉਹਨੇ ਚੰਗੀ ਤਰ੍ਹਾਂ ਨਹੀਂ ਵੇਖਿਆ ਕਿ ਅੱਗੇ ਕਿਹੋ ਜੀ ਥਾਂ, ਬਸ ਇਹ ਸਾਹਮਣੇ ਉਹ ਟੀਸੀ ਤੇ ਚੜਨਾ ਹੈ, ਉੱਚੀ ਥਾਂ ਤੇ ਚੜਨਾ ਹੈ, ਬਸ ਇੰਨੀ ਕੋ ਸੋਚ ਸੀ। ਚੰਗੀ ਤਰੀਕੇ ਨਾਲ ਨਹੀਂ ਵੇਖ ਰਿਹਾ ਕਿ ਅੱਗੇ ਥੱਲੇ ਕਿਹੋ ਜੀ ਥਾਂ ਹੈ, ਕਿਹੋ ਜਿਹਾ ਰਾਹ ਹੋ ਸਕਦਾ ਹੈ, ਪੁੱਛਿਆ ਵੀ ਨਹੀਂ। ਬਾਬਾ ਪ੍ਰਿਥੀ ਚੰਦ ਲਘੂ ਸ਼ੰਕਾ ਕਰ ਲਈ ਅਜੇ ਪਿੱਛੇ ਹਨ, ਪਰ ਇਹ ਹੁਣ ਮਾਨੋ ਮੌਤ ਇਹਨੂੰ ਖਿੱਚ ਰਹੀ ਹੈ ਤੇ ਇਹ ਇਸ ਪਾਸੇ ਨੂੰ ਬੜੀ ਤੇਜ਼ੀ ਨਾਲ ਅੱਗੇ ਭਲੇ ਬੁਰੇ ਦੀ ਵਿਚਾਰਨਾ ਕਰਕੇ ਪਹਾੜੀ ਵਾਲੇ ਪਾਸੇ, ਭਾਵ ਭੱਠੇ ਜਿੱਧਰ ਸਨ ਆਵੇ ਵਾਲੀ ਥਾਂ ਸੀ, ਬੜੀ ਤੇਜ਼ੀ ਨਾਲ ਅੱਗੇ ਵਧਿਆ ਹੈ। ਦੌਰਿਓ ਜਾਤ ਸੰਗ ਸਭ ਲੀਏ, ਆਪਣੇ ਸਾਥੀਆਂ ਨੂੰ ਵੀ ਨਾਲ ਲਈ, ਜਿਵੇਂ ਰੇਸ ਜੀ ਨਹੀਂ ਲਾਉਂਦੇ ਕਈ ਵਾਰ ਵੇਨੇ ਕਿਹੜਾ ਪਹਿਲਾਂ ਪਹੁੰਚਦਾ ਹੈ, ਤੇ ਇਸ ਤਰੀਕੇ ਨਾਲ ਆਪਣੇ ਪੁੱਤਰ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲਿਆ
ਬਾਬਾ ਪ੍ਰਿਥੀ ਚੰਦ ਦੇ ਪਿੱਛੇ ਹੀ ਰਹਿ ਗਏ ਨੇ ਤੇ ਬੜੀ ਤੇਜ਼ੀ ਨਾਲ ਰੇਸ ਜੀ ਲਾਉਂਦੇ ਦੌੜਦੇ ਦੌੜਦੇ ਅੱਗੇ ਵੱਧ ਰਹੇ ਹਨ। ਏਕ ਸਵਾਸ ਚੜੈ ਹਠ ਕੀਏ, ਮਨ ਨੂੰ ਇੱਕੋ ਸਾਹ ਦੇ ਵਿੱਚ ਚੜਨ ਦਾ ਯਤਨ ਕੀਤਾ। ਸਾਹੋ ਸਾਈ ਤੇ ਹੋਇਆ ਹੈ, ਹੌਲੀ ਹੌਲੀ ਚੜਨ ਦੀ। ਜਦੋਂ ਬੰਦਾ ਚੜ੍ਹਾਈ ਚੜ੍ਹਦਾ ਹੈ ਤੇ ਸਾਹ ਤੇ ਚੜ੍ਹਨਾ ਹੀ ਆ ਸੰਗਤ ਜੀ। ਹੁਣ ਜਦੋਂ ਤੇਜ਼ੀ ਦੇ ਨਾਲ ਯਤਨ ਕਰਦਾ ਹੈ ਮੈਂ ਪਹਿਲਾਂ ਪਹੁੰਚ ਜਾਵਾਂ, ਬੜੀ ਇੱਕੋ ਸਾਹ ਦੇ ਵਿੱਚ ਪਹੁੰਚਣ ਦਾ ਯਤਨ ਕਰਨ ਵਾਸਤੇ ਬੜਾ ਤੇਜ਼ੀ ਨਾਲ ਅੱਗੇ ਸੁਲੀ ਖਾਨ ਵੱਧਦਾ ਹੈ। ਹੋਣਹਾਰ ਨੇ ਮਤ ਵਿਚਲਾਈ, ਕਵੀ ਜੀ ਕਹਿੰਦੇ ਤੇ ਰੱਬ ਨੇ ਭਾਵ ਹੋਣਹਾਰ ਜਿਹੜੀ ਭਾਵੀ ਸੀ ਨਾ ਹੋਣ ਵਾਲੀ, ਉਹਨੇ ਮੰਨ ਲਓ ਇਹਦੀ ਮੱਤ ਤੇ ਪਰਦਾ ਪਾ ਦਿੱਤਾ ਹੈ, ਭਰਮ ਵਿੱਚ ਪਾ ਦਿੱਤਾ ਹੈ। ਸਨੇ ਸਨੇ ਨਾ ਕੀਨ ਚੜਾਈ, ਹੌਲੀ ਹੌਲੀ ਚੜ੍ਹਨਾ ਚਾਹੀਦਾ ਸੀ, ਇਹਨੇ ਹੌਲੀ ਨਾ ਚੜ੍ਹ ਕਰਕੇ ਬੜੀ ਤੇਜ਼ੀ ਨਾਲ ਚੜ੍ਹਾਈ ਕੀਤੀ ਹੈ। ਸ੍ਰੀ ਅਰਜਨ ਜੀ ਸ਼ਬਦ ਬਨਾਇਓ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤੇ ਪਹਿਲਾਂ ਹੀ ਇਹ ਬਚਨ ਜਿਹੜੇ ਸੀ ਇਹਦੇ ਨਾਲ ਜੋ ਬੀਤਣੀ ਸੀ ਸੰਗਤ ਦੇ ਵਿੱਚ ਕੀਤੇ ਹੋਏ ਸਨ। ਦੀਨੋ ਸ਼ਰਾਬ ਸਮੈ ਸੋ ਆਇਓ, ਜਿਹੜੇ ਬਚਨ ਸਤਿਗੁਰਾਂ ਨੇ ਕਹਿ ਹੀ ਦਿੱਤੇ ਸਨ ਕਿ ਪਰਮੇਸ਼ਰ ਤੇ ਭਰੋਸਾ ਰੱਖੋ, ਜਿਹੜਾ ਬੰਦਾ ਹੈ ਆਪਣੇ ਕਰਮਾਂ ਦਾ ਫਲ ਭੋਗਦਾ ਹੈ। ਅਸਲ ਦੇ ਵਿੱਚ ਗੁਰੂ ਕੀ ਗੋਦ ਵਿੱਚ ਸਾਰੇ ਬੈਠੇ, ਤਾਂ ਹੀ ਬਾਰ-ਬਾਰ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਜੇ ਆਪਣਾ ਭਲਾ ਚਾਹੁੰਦੇ ਹੋ ਤੇ ਕਿਸੇ ਦੇ ਪ੍ਰਤੀ ਬੁਰਾ ਸੋਚਣਾ ਛੱਡ ਦਈਏ। ਸਤਿਗੁਰੂ ਦੀ ਬਾਣੀ ਪੜ੍ਹਦੇ ਆ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਜਿਹਦੇ ਅੰਦਰ ਤਾਤ ਪਰਾਈ ਹੁੰਦੀ ਕੀ ਮਤਲਬ? ਈਰਖਾ ਨਫ਼ਰਤ ਸਾੜਾ ਜਿਹਦੇ ਅੰਦਰ ਹੁੰਦਾ ਹੈ ਨਾ ਸਾਧ ਸੰਗਤ, ਸਤਿਗੁਰੂ ਦੀ ਬਾਣੀ ਦੇ ਅੰਮ੍ਰਿਤ ਬਚਨ ਨੇ, ਜਿਸ ਦਾ ਅੰਦਰ ਤਾਤ ਪਰਾਈ ਹੋਵੇ। ਬੰਦਾ ਕਈ ਵਾਰ ਕਹਿੰਦਾ ਨਹੀਂ ਪਤਾ ਨਹੀਂ ਮੈਂ ਤੇ ਕਿਸੇ ਨਾਲ ਕੀ ਕੀਤਾ ਮਾੜਾ, ਮੇਰੇ ਨਾਲ ਕਿਉਂ ਹੋਇਆ। ਸੋਚਿਆ ਕਦੀ ਮੈਂ ਕਦੀ ਈਰਖਾ ਤੇ ਰੱਖੀ ਹੋਊਗੀ, ਕੋਈ ਮਾੜਾ ਸੋਚੀ ਹੋਏਗੀ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਹੀ ਭਲਾ, ਉਹਦਾ ਆਪਣਾ ਭਲਾ ਕਦੇ ਨਹੀਂ ਹੁੰਦਾ। ਇਸ ਕਰਕੇ ਗੁਰੂ ਕੀ ਆ ਜਿਹੜੀ ਸੰਗਤ ਵਿੱਚ ਤੁਸੀਂ ਬੈਠੇ ਹੋ, ਤਾਂ ਹੀ ਕਹਿੰਦੇ ਆ ਜਿਹੜੀ ਸੰਗਤ ਹੈ ਇੱਥੋਂ ਈਰਖਾ ਮੁੱਕ ਨਫ਼ਰਤ ਸਾੜਾ ਮੁੱਕਦਾ ਹੈ। ਤੇ ਸਿੱਖ ਕਹਿੰਦਾ ਹੈ ਨਾ ਪਿਆਰ ਨਾਲ ਗੁਰੂ ਕੇ ਬਚਨ ਪੜ੍ਹ ਕੇ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਤੋਂ ਮੈਨੂੰ ਆ ਸਾਧ ਸੰਗਤ ਗੁਰੂ ਕੀ ਸੰਗਤ ਮਿਲੀ, ਇੱਥੋਂ ਈਰਖਾ ਮੁੱਕਦੀ ਹੈ। ਸਿੱਖ ਕਿਸੇ ਨਾਲ ਈਰਖਾ ਨਹੀਂ ਕਰਦਾ, ਨਾ ਜਾਤ ਕਰਕੇ, ਨਾ ਧਰਮ ਕਰਕੇ, ਨਾ ਰੰਗ ਕਰਕੇ, ਨਾ ਨਸਲ ਕਰਕੇ। ਸਿੱਖ ਦੀ ਤੇ ਸੋਚ ਵਿੱਚੋਂ ਹੀ ਨਿਤ ਨਿਕਲਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆ ਹੈ ਸਿੱਖੀ। ਕਿਸੇ ਦੇ ਪ੍ਰਤੀ ਮਾੜਾ ਸਿੱਖ ਨਹੀਂ ਜੇ ਸੋਚ ਸਕਦਾ। ਸਿੱਖ ਸਭ ਦਾ ਭਲਾ ਕਰਦਾ ਹੈ, ਕਿਉਂਕਿ ਗੁਰੂ ਨੇ ਭਲਾ ਕਰਨਾ ਸਿਖਾਇਆ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤੇ ਸਿੱਖ ਵੀ ਉਸੇ ਰਾਹ ਤੇ ਤੁਰਦਾ ਹੈ। ਹੁਣ ਇਹ ਈਰਖਾ ਦੇ ਵਿੱਚ ਭਰਿਆ, ਸਤਿਗੁਰਾਂ ਨੇ ਕਹਿਤਾ ਸੀ ਕਿ ਇਹਦੇ ਨਾਲ ਬਣੇਗਾ ਐਸਾ ਹੀ ਕਿ ਆਪਣੇ ਸੋਚ ਕਰਕੇ ਇਹ ਗੁਰੂ ਨਗਰੀ ਤੱਕ ਨਹੀਂ ਪਹੁੰਚ ਪਾਵੇਗਾ। ਉੱਪਰ ਸ਼ਾਰ ਦਿਖਾਈ ਪਰੈ, ਕਹਿੰਦੇ ਉੱਪਰ ਨਾ ਸਵਾਹ ਜੀ ਇੱਕ ਥਾਂ ਤੇ ਨਜ਼ਰ ਆਉਂਦੀ ਸੀ, ਆਵੇ ਲਾਗੇ ਤਰੈ ਤਿਸੀ ਕੀ ਪਾਵਕ ਜਰੈ। ਪਰ ਉਹਦੇ ਥੱਲੇ, ਸਵਾਹ ਦੇ ਥੱਲੇ ਨਾ ਅੱਗ ਜਿਹੜੀ ਸੀ ਪ੍ਰਚੰਡ ਬਲ ਰਹੀ ਸੀ। ਉੱਪਰ ਕਸ਼ਕ ਭਸਮ ਕਰ ਹੇਰਾ, ਇਹਨੇ ਵੇਖਿਆ ਉੱਪਰ ਭਸਮ ਹੈ, ਸਵਾਹ ਜੀ ਨਜ਼ਰ ਆਈ ਤੇ ਉੱਪਰੋਂ ਠੰਡੀ ਸਵਾਹ ਇਹਨੇ ਵੇਖ ਕੇ ਇਹਦੀ ਮੱਤ ਤੇ ਮਨ ਨੂੰ ਪੜਦਾ ਹੀ ਪਿਆ ਸੀ ਕਿ ਥੱਲੇ ਜਿਹੜੀ ਅੱਗ ਸੀ ਇਹਨੂੰ ਨਜ਼ਰ ਨਾ ਆ ਸਕੀ। ਤਰੈ ਪੋਲ ਧਾਸ ਜਨ ਕਨੇਰਾ, ਕਹਿੰਦੇ ਥੱਲੇ ਪੋਲ ਸੀਗਾ, ਉਹੋ ਜੀ ਪੋਲੀ ਥਾਂ ਸੀ ਜਿੱਥੇ ਬੰਦਾ ਧੱਸ ਸਕਦਾ ਹੈ, ਘੋੜੇ ਸਮੇਤ ਧੱਸ ਸਕਦਾ ਸੀ। ਉੱਪਰ ਸਵਾਹ ਸੀ, ਥੱਲੇ ਪੋਲ ਸੀ, ਅੱਗ ਥੱਲੇ ਪ੍ਰਚੰਡ ਬਲ ਰਹੀ ਸੀ। ਜਿੱਦਤ ਪਸਰ ਪਰ ਧਾਏ ਪਹੁੰਚੇ, ਕਹਿੰਦੇ ਇਹ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਦੌੜਦਾ ਦੌੜਦਾ ਉਸ ਪੋਲ ਵਾਲੀ ਥਾਂ ਤੇ, ਜਿੱਥੇ ਉੱਪਰ ਕੇਵਲ ਸਵਾਹ ਸੀ, ਥੱਲੇ ਅੱਗ ਬਲਦੀ ਸੀ, ਉਸ ਥਾਂ ਤੇ ਪਹੁੰਚ ਗਿਆ। ਚੜੇ ਪਚਾਵੇ ਚੋਟੀ ਉੱਚੇ, ਉਸ ਆਵੇ ਦੀ ਸਭ ਤੋਂ ਉੱਚੀ ਥਾਂ ਤੇ, ਚੋਟੀ ਤੇ, ਆਵੇ ਵਾਲੀ ਥਾਂ ਤੇ, ਜਿੱਥੇ ਭੱਠ ਭੱਖੀ ਹੋਈ ਸੀ, ਉਸ ਥਾਂ ਤੇ ਇਹ ਪਾਪੀ ਸੁਲੀ ਖਾਂ ਪਹੁੰਚ ਗਿਆ। ਗੁਰੂ ਪਾਗ ਤੇ ਧਸ ਗਇਓ ਐਸੇ, ਕਹਿੰਦੇ ਉਸ ਥਾਂ ਤੇ ਇਹਨੂੰ ਨਹੀਂ ਨਜ਼ਰ ਆਏ ਕਿ ਉਸ ਥਾਂ ਦੇ ਉੱਪਰ ਥੱਲੇ ਕਿਵੇਂ ਅੱਗ ਬਲਦੀ ਹੋਈ ਹੈ। ਇਹ ਮੌਤ ਆਵਾਜ਼ਾਂ ਮਾਰ ਰਹੀ ਸੀ, ਜਿੱਥੇ ਪੈਰ ਰੱਖਦਿਆਂ ਹੀ ਇਹ ਜ਼ਮੀਨ ਦੇ ਵਿੱਚ ਧਸ ਜਾਣ ਵਾਲਾ। ਜਿੱਦਾਂ ਹੀ ਚੋਟੀ ਤੇ ਪਹੁੰਚਿਆ ਹੈ, ਕਹਿੰਦੇ ਉਸੇ ਵਕਤ ਇਹਦਾ ਸਰੀਰ ਜਿਹੜਾ ਹੈ ਹੇਠਾਂ ਨੂੰ ਧਸਣ ਲੱਗ ਪਿਆ। ਪ੍ਰਾਨ ਹਾਨ ਤੇ ਬਚੇ ਨਾ ਜੈਸੇ, ਕਹਿੰਦੇ ਇਹੋ ਜੀ ਥਾਂ ਸੀ ਜਿੱਥੋਂ ਹੁਣ ਇਹਦੀ ਜਾਨ ਬਚ ਨਹੀਂ ਸਕਦੀ। ਘੋੜੇ ਸਮੇਤ ਜਿਸ ਢੰਗ ਦੇ ਨਾਲ ਜਿੱਥੋਂ ਇਹ ਡਿੱਗਣ ਵਾਲਾ ਸੀ, ਇਹ ਆਪਣੀ ਜਾਨ ਨਹੀਂ ਸੀ ਬਚਾ ਸਕਦਾ। ਇਸ ਤਰੀਕੇ ਨਾਲ ਇਹ ਦੌੜ ਕੇ ਚੜ੍ਹਿਆ ਹੈ ਤੇ ਭੱਜ ਕੇ ਜਿਵੇਂ ਤਾਂ ਉੱਚੀ ਥਾਂ ਤੇ ਚੜ੍ਹਨ ਲੱਗਾ ਹੈ ਸਾਧ ਸੰਗਤ। ਪਰ ਜਦੋਂ ਇਹ ਉੱਚੀ ਥਾਂ ਤੇ ਚੜ੍ਹਿਆ,
ਇਹਨੇ ਆਪਣੇ ਪੈਰ ਜਿਸ ਤਰੀਕੇ ਦੇ ਨਾਲ ਉਤਾਂਹ ਚੜ ਕੇ ਪੋਲੀ ਥਾਂ ਦੇ ਉੱਪਰ ਉਹ ਰੱਖੇ ਜਿੱਥੇ ਸਵਾਹ ਹੀ ਸਵਾਹ ਸੀ। ਹਸਤ ਭਸਮ ਤੇ ਉਛਰਿਓ ਬਲ ਤੇ। ਕਹਿੰਦੇ ਇੱਕੋ ਦਮ ਧੜਮ ਕਰਕੇ ਉਸ ਪੋਲੀ ਜਿਹੜੀ ਸਵਾਹ ਵਾਲੀ ਥਾਂ ਸੀ ਥੱਲੇ ਅੱਗ ਬਲਦੀ ਸੀ। ਇੱਕਦਮ ਧੜਮ ਕਰਕੇ ਇਹ ਡੂੰਘੀ ਥਾਂ ਦੇ ਵਿੱਚ ਜਿੱਥੇ ਬਲਦੀ ਅੱਗ ਸੀ ਉੱਥੇ ਜਾ ਕੇ ਇਹ ਪਾਪੀ ਡਿੱਗ ਪਿਆ ਹੈ। ਨਿਕਸਿਓ ਗਇਓ ਨਹੀਂ ਤਿਸ ਬਲ ਤੇ। ਬੜਾ ਉਛਲਦਾ ਹੈ, ਛਾਲਾਂ ਮਾਰਦਾ ਹੈ, ਬਾਹਰ ਨੂੰ ਨਿਕਲਣ ਦਾ ਯਤਨ ਕਰਦਾ ਹੈ। ਬੜਾ ਜਿਹਨੂੰ ਆਪਣੀ ਤਾਕਤ ਦਾ ਮਾਣ ਸੀ, ਮੇਰੇ ਕੋਲ ਬੜੀ ਤਾਕਤ ਹੈ, ਵੱਡੀ ਫੌਜ ਹੈ, ਆਪਣੀ ਤਾਕਤ ਦੇ ਨਾਲ ਹੰਕਾਰ ਦੇ ਬੋਲ ਬੋਲਣ ਵਾਲਾ ਅੱਜ ਆਪਣੀ ਜਾਨ ਬਚਾਉਣ ਵਾਸਤੇ ਸਾਰੀ ਤਾਕਤ ਨਾਲ ਛਾਲਾਂ ਮਾਰਦਾ ਹੈ ਉਸ ਅੱਗ ਚੋਂ ਬਚਣ ਦਾ, ਪਰ ਨਿਕਲਿਆ ਇਹਦੇ ਤੋਂ ਨਹੀਂ ਜਾਂਦਾ। ਬੌਰ ਗਿਰਿਓ ਤਿਸੀ ਮੈਂ ਜਾਏ। ਬਾਰ-ਬਾਰ ਛਾਲਾਂ ਮਾਰ ਕੇ ਨਿਕਲਣਾ ਚਾਹਿਆ, ਪਰ ਉਸ ਬਲਦੀ ਅੱਗ ਦੇ ਵਿੱਚ, ਉਸ ਆਵੇ ਵਿੱਚ, ਭੱਠੇ ਵਿੱਚ ਇਹ ਪਾਪੀ ਆਪਣੀ ਈਰਖਾ ਦੀ ਅੱਗ ਵਿੱਚ ਸੜਨ ਵਾਲਾ ਹੁਣ ਉਹਦੇ ਵਿੱਚ ਡਿੱਗ ਪਿਆ। ਸੰਗਤ ਜੀ, ਸਾਥੀ ਗੈਨ ਹੇਤ ਉਤਲਾਏ। ਜਿਹੜੇ ਸਾਥੀ ਸੀ ਇਹਨੂੰ ਕੱਢਣ ਵਾਸਤੇ ਬਾਹਾਂ ਗਾਂਹ ਨੂੰ ਕਰਦੇ ਨੇ, ਪਕੜ ਕੇ ਬਚਾਉਣ ਦਾ ਬੜਾ ਯਤਨ ਕਰਕੇ ਉਤਾਵਲੇ ਹੁੰਦੇ ਹਨ। ਹਾਏ ਹਾਏ ਕਰਤੇ ਤਫਰਿਓ। ਪਰ ਇਹ ਹਾਏ ਹਾਏ ਦੀਆਂ ਆਵਾਜ਼ਾਂ ਨਿਕਲਦੀਆਂ ਨੇ ਇਸ ਪਾਪੀ ਦੇ ਮੁਖ ਵਿੱਚੋਂ। ਸੜਦਾ ਹੈ ਇਹਦਾ ਪੂਰਾ ਸਰੀਰ। ਉਛਰ ਉਛਰ ਤਿਸੀ ਮੈਂ ਪਰਿਓ। ਬਾਰ ਉਛਲਦਾ ਹੈ, ਬਚਣ ਦਾ ਯਤਨ ਕਰਦਾ ਏ, ਪਰ ਪਾਪੀ ਬਚਦਾ ਨਹੀਂ, ਉਸੇ ਅੱਗ ਵਿੱਚ ਹੀ ਡਿੱਗ ਪਿਆ ਹੈ। ਉਦੋਂ ਹਾਥ ਮੈਂ ਖਰ ਗੰਡਾਸਾ। ਕਹਿੰਦੇ ਇਹਦੇ ਹੱਥ ਦੇ ਵਿੱਚ ਇੱਕ ਤਿੱਖਾ ਤੇਜ ਕੁਹਾੜਾ ਗੰਡਾਸਾ ਇਹਨੇ ਹੱਥ ਵਿੱਚ ਜਿਹੜਾ ਪਹਿਲਾਂ ਪਕੜਿਆ ਹੋਇਆ ਸੀ। ਉਛਲਤ ਗਿਰਿਓ ਤਾਈ ਕਿਉ ਪਾਸਾ। ਇਹ ਵੀ ਹੱਥ ਦੇ ਵਿੱਚੋਂ ਛੁੱਟ ਕੇ ਜਦੋਂ ਇਹ ਅੱਗ ਵਿੱਚ ਡਿੱਗਿਆ, ਇਹ ਹੱਥੋਂ ਛੁੱਟ ਕੇ ਇਹਦੇ ਕੋਲ ਡਿੱਗ ਪਿਆ ਹੈ। ਜਾਂ ਗਰੀ ਗਰੀਵਾ ਤੈ ਧਾਰਾ। ਕਹਿੰਦੇ ਜਿੱਥੇ ਤੇਜ ਧਾਰ ਸੀ ਗੰਡਾਸੇ ਦੀ, ਨਾਲ ਉੱਪਰ ਡਿੱਗਦਿਆਂ ਇਹਦੀ ਗਰਦਨ ਉਹਦੇ ਤੇ ਵੱਜੀ। ਇਹ ਗਰਦਨ ਦੇ ਉੱਪਰ ਮਾਨੋ ਹੁਣ ਗੰਡਾਸੇ ਦਾ ਤੇਜ ਵਾਰ ਹੋ ਗਿਆ। ਇੱਕ ਪਾਸੇ ਹੱਥੋਂ ਗੰਡਾਸਾ ਛੁੱਟ ਕੇ ਡਿੱਗਿਆ, ਇਹ ਜਿੱਥੇ ਨਾਲ ਹੀ ਗੰਡਾਸੇ ਦੇ ਉੱਪਰ ਇਹ ਵੀ ਡਿੱਗਦਾ ਆ ਕਰਕੇ, ਤੇ ਤੇਜ ਧਾਰ ਜਿਹੜੀ ਗੰਡਾਸੇ ਦੀ ਇਹਦੀ ਗਰਦਨ ਉੱਪਰ ਵਾਰ ਹੋ ਜਾਂਦਾ ਹੈ ਆਪਣੇ ਹੀ ਗੰਡਾਸੇ ਦਾ। ਸਤ ਸਿਨ ਧਰਤੇ ਸਿਰ ਕੱਟ ਡਾਰਾ। ਇਹ ਪਾਪੀ ਦਾ ਉਸ ਗੰਡਾਸੇ ਦੇ ਵਾਰ ਦੇ ਨਾਲ ਉਸੇ ਭੱਠ ਦੇ ਅੰਦਰ ਆਵੇ ਦੇ ਵਿੱਚ ਉਹ ਗੰਡਾਸਾ ਜਿਹੜੇ ਇਹਦਾ ਹੱਥ ਚੋਂ ਹੀ ਛੁੱਟਿਆ ਸੀ, ਉਸੇ ਦੇ ਵਾਰ ਦੇ ਨਾਲ ਇਹਦੀ ਗਰਦਨ ਕੱਟ ਕੇ ਪਾਸੇ ਹੋ ਜਾਂਦੀ ਹੈ। ਅਗਨ ਸਾਥ ਤਨ ਭਰਥਾ ਭਇਓ। ਏਡੀ ਅੱਗ ਦਾ ਸੇਕ ਸੀ ਜਿੱਥੇ ਇੱਟਾਂ ਵੀ ਲਾਲ ਪੱਕ ਕੇ ਹੋ ਜਾਂਦੀਆਂ ਨੇ। ਇਸ ਅੱਗ ਦੇ ਅੰਦਰ ਜਿਵੇਂ ਭੜਥਾ ਇਹਦਾ ਸਰੀਰ ਪੂਰਾ ਸੜ ਕੇ ਏਦਾਂ ਹੋ ਗਿਆ ਜੀ। ਇਸ ਤੇ ਨਹੀਂ ਨਿਕਸਾਇਓ ਗਇਓ। ਬੜਾ ਯਤਨ ਕੀਤਾ ਬਾਹਰ ਸਾਥੀਆਂ ਨੇ ਕੱਢਣ ਦਾ, ਆਪ ਵੀ ਚਾਹੁੰਦਾ ਏ, ਪਰ ਇਸ ਪਾਪੀ ਕੋਲੋਂ ਹੁਣ ਇਸ ਮੌਤ ਤੋਂ ਬਾਹਰ, ਇਸ ਅੱਗ ਤੋਂ ਬਾਹਰ ਨਿਕਲਿਆ ਨਾ ਜਾ ਸਕਿਆ। ਉਤਲਾਵਤ ਨਰ ਬਸ ਨਾ ਬਸਾਵੈ। ਲੋਕ ਵੀ ਆਲੇ ਦੁਆਲੇ ਦੇ ਬੜਾ ਯਤਨ ਕਰਦੇ ਨੇ ਇਹਦੇ ਸਾਥੀ, ਪਰ ਕਿਸੇ ਦਾ ਵਸ ਨਹੀਂ ਪੈਂਦਾ ਇਹਨੂੰ ਬਚਾਉਣ ਦਾ। ਨਿਕਟ ਨਾ ਹੋਤ ਇਤੇ ਉਤ ਜਾਵੈ। ਕਹਿੰਦੇ ਹੁਣ ਲੋਕ ਜਾਣਾ ਚਾਹੁੰਦੇ ਨੇ, ਪਰ ਕੋਈ ਹੁਣ ਲਾਗੇ ਜਾ ਕੇ ਕਿਵੇਂ ਬਚਾਵੇ ਉਹਨੂੰ। ਅੱਗ ਦੇ ਵਿੱਚ ਡਿੱਗ ਪਿਆ ਸੀ। ਇਹ ਤੇ ਕਿਤੇ ਬਾਬਾ ਬਿਧੀ ਚੰਦ ਵਰਗਾ ਪਿਆਰ ਹੁੰਦਾ ਗੁਰੂ ਚਰਨਾਂ ਦੇ ਵਿੱਚ। ਤੇ ਪੱਟੀ ਨਗਰ ਦੇ ਵਿੱਚ ਗੁਰਦੁਆਰਾ ਭੱਠ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਪਤਾ ਹੈ ਗੁਰੂ ਦੇ ਪਿਆਰ ਵਿੱਚ ਭਿੱਜ ਜਾਵੇ ਤੇ ਫਿਰ ਸਤਿਗੁਰੂ ਉੱਥੇ ਵੀ ਰੱਖ ਲੈਂਦੇ ਆ। ਪਰ ਇਹਦੇ ਅੰਦਰ ਤੇ ਈਰਖਾ ਸੀ, ਕਿਤੇ ਜੋਦੜੀ ਕਰਦਾ ਹੋ ਸਕਦਾ ਸਤਿਗੁਰੂ ਇਸ ਥਾਂ ਤੋਂ ਵੀ ਬਚਾ ਲੈਣ। ਜਿਵੇਂ ਪ੍ਰਹਿਲਾਦ ਵਰਗੇ ਭਗਤਾਂ ਨੂੰ ਰੱਬ ਨੇ ਬਚਾਇਆ, ਰੱਬ ਦੇ ਭਗਤੀ ਵਿੱਚ ਜੁੜਿਆ ਹੁੰਦਾ, ਹੋ ਸਕਦਾ ਕਈ ਥਾਵਾਂ ਤੇ ਰੱਬ ਆਪ ਰੱਖ ਲੈਂਦਾ, ਪਰ ਇਹ ਤੇ ਰੱਬ ਦੇ ਨਾਮ ਤੋਂ ਮੁਨਕਰ ਹੋਇਆ, ਪਾਪ ਦੇ ਵਿੱਚ ਆਪ ਹੰਕਾਰ ਦਾ ਫੁੱਲਿਆ। ਰੱਬ ਨਾਲ ਹੀ ਜਿਹਨੇ ਮੱਥਾ ਲਾਇਆ ਹੋਵੇ, ਇਹ ਈਰਖਾ ਦੀ ਅੱਗ ਵਿੱਚ ਬਚਣਾ ਚਾਹੁੰਦਾ ਹੈ। ਨਾਲ ਦੇ ਸਾਥੀ ਵੀ ਜਿਹੜੇ ਨੇ ਯਤਨ ਕਰਦੇ ਨੇ, ਪਰ ਕੋਈ ਵੀ ਹੀਲਾ ਵਸੀਲਾ ਕੰਮ ਨਹੀਂ ਆਉਂਦਾ ਜੀ। ਪਹੁੰਚੋ ਨਹੀਂ ਨਿਕਸਾਵਣ ਵਾਰੋ। ਕੋਈ ਵੀ ਹੁਣ ਸਾਰਿਆਂ ਨੂੰ ਸੇਕ ਪੈਂਦਾ ਹੈ ਸੰਗਤ ਜੀ, ਜਿਹੜਾ ਵੀ ਅੱਗੇ ਵੱਧਦਾ ਹੈ, ਇਸ ਕਰਕੇ ਕੋਈ ਵੀ ਉਹਨੂੰ ਬਚਾਉਣ ਵਾਸਤੇ ਅੱਗੇ ਨਾ ਵੱਧ ਸਕਿਆ। ਦੂਰ ਹਟੇ ਕੁਛ ਚਲਿਓ ਨਾ ਚਾਰੋ। ਸਾਰੇ ਦੂਰ ਹਟ ਗਏ ਕਿਉਂਕਿ ਸੇਕ ਇੰਨਾ ਸੀ ਅੱਗ ਦਾ। ਹੁਣ ਅੱਗ ਦੇ ਵਿੱਚ ਜਾ ਕੇ ਇਹਨੂੰ ਕੌਣ ਬਚਾ ਲਵੇ, ਇਸ ਕਰਕੇ ਉਹ ਵੀ ਅੱਗ ਤੋਂ ਦੂਰ ਹੋ ਗਏ। ਉਹਦਾ ਪੁੱਤਰ, ਉਹਦਾ ਸਖਾ ਨਾ ਪੁੱਤਰ ਉਹਨੂੰ ਬਚਾਉਣ ਵਾਸਤੇ ਵਧਿਆ,
ਨਾ ਉਹਦੇ ਸਖਾ ਉਹਨੂੰ ਬਚਾਉਣ ਵਾਸਤੇ ਵਧੇ, ਉਹ ਸਾਰੇ ਹੁਣ ਪਿੱਛੇ ਹਟ ਗਏ। ਆਪ ਜਲਨ ਤੇ ਗਾਤ ਬਚਾਵੈ। ਕਹਿੰਦੇ ਉਹ ਆਪਣੇ ਆਪ ਨੂੰ ਆਪਣੇ ਸਰੀਰ ਬਚਾ ਰਹੇ ਸੀ, ਕਿਤੇ ਅਸੀਂ ਅੱਗ ਵਿੱਚ ਨਾ ਸੜ ਜਾਈਏ। ਸੋ ਜਲ ਗਇਓ ਨਾ ਕੋ ਨਿਕਸਾਵੈ। ਇਸ ਤਰੀਕੇ ਦੇ ਨਾਲ ਉਹ ਤੇ ਜਲ ਗਿਆ, ਉਹਨੂੰ ਤੇ ਕੱਢਿਆ ਨਹੀਂ ਜਾ ਸਕਦਾ, ਕਿਤੇ ਅਸੀਂ ਨਾ ਸੜ ਜਾਈਏ। ਇਦਾਂ ਦਾ ਡਰ ਨਾਲਦਿਆਂ ਦੇ ਮਨ ਵਿੱਚ ਹੈ। ਜਿਹੜੇ ਪੁੱਤਰ ਸਨ, ਜਿਹੜੇ ਇਹਦੇ ਮਿੱਤਰ ਬਣਨ ਦਾ ਦਾਅਵਾ ਕਰਦੇ ਸਨ, ਕੋਈ ਇਹਦੇ ਵਾਸਤੇ ਆਪ ਮਰਨ ਲਈ ਤਿਆਰ ਨਹੀਂ ਹੋਇਆ ਸੀ। ਰੋਦਤ ਉੱਚੇ ਕਰਤ ਪੁਕਾਰੂ। ਉਹ ਵੀ ਰੋਂਦੇ ਨੇ, ਉੱਚੀ ਉੱਚੀ ਕੂਕਦੇ ਪੁਕਾਰਦੇ ਨੇ, ਇਹਦਾ ਪੁੱਤਰ, ਇਹਦੇ ਸਾਥੀ ਮਰਿਓ ਜਰਤ ਹਮਰੋ ਸਿਰਦਾਰੂ। ਰੌਲਾ ਪਾਉਂਦੇ ਨੇ, ਸਾਡਾ ਜਿਹੜਾ ਸਰਦਾਰ ਹੈ ਸੁਲੀ ਖਾਂ ਪਾਪੀ, ਸਾਡਾ ਜਿਹੜਾ ਸਰਦਾਰ ਹੈ ਉਹ ਮਰ ਗਿਆ ਹੈ, ਸੜ ਕੇ ਮਰ ਗਿਆ ਹੈ। ਪ੍ਰਿਥੀਆ ਸੋਨ ਦੌਰਤ ਚੜ ਗਇਓ। ਇਧਰ ਬਾਬਾ ਪ੍ਰਿਥੀ ਚੰਦ ਲਘੂ ਸ਼ੰਕਾ ਕਰ ਲਈ, ਪਿੱਛੇ ਰੁਕੇ। ਉਹਦੇ ਕੰਨਾਂ 'ਚ ਆਵਾਜ਼ ਪਈ ਇਹਨਾਂ ਦੇ ਚੀਕਣ ਦੀ, ਰੌਲੇ ਦੀ। ਉਹ ਵੀ ਸੁਣ ਕਰਕੇ ਬਾਬਾ ਪ੍ਰਿਥੀ ਚੰਦ ਬੜੀ ਤੇਜ਼ੀ ਨਾਲ ਫਿਰ ਉਧਰ ਨੂੰ ਦੌੜਦਿਆਂ ਹੋਏ ਅੱਗੇ ਵਧੇ ਹਨ। ਕਰਿਓ ਬਲੋਕਨ ਪੁਰਥਾ ਭਇਓ। ਪਰ ਜਦੋਂ ਬਾਬੇ ਪ੍ਰਿਥੀ ਚੰਦ ਨੇ ਝਾਤ ਮਾਰ ਕੇ ਵੇਖਿਆ ਕਿ ਸੁਲੀ ਖਾਂ ਜਿੱਥੇ ਡਿੱਗਾ ਹੈ, ਤੇ ਵੇਖ ਕੇ ਹੈਰਾਨ ਕਿ ਇਹ ਤੇ ਹੁਣ ਬਚਣ ਵਾਲਾ ਨਹੀਂ, ਇਹਦਾ ਤੇ ਭੜਥਾ ਬਣ ਗਿਆ, ਸਰੀਰ ਸਾਰਾ ਹੀ ਜਾ ਸੜ ਚੁੱਕਿਆ ਹੈ। ਬੜੇ ਯਤਨ ਤੇ ਤਬ ਨਿਕਸਾਵਾ। ਆਖਰਕਾਰ ਬਾਬਾ ਪ੍ਰਿਥੀ ਚੰਦ ਨੇ ਕਿਸੇ ਤਰੀਕੇ ਦੇ ਨਾਲ ਕੋਈ ਹੀਲਾ ਵਸੀਲਾ ਵਰਤਿਆ, ਕਿਸੇ ਤਰੀਕੇ ਨਾਲ। ਜਿੰਨੇ ਚਿਰ ਨੂੰ ਹੀਲਾ ਵਸੀਲਾ ਵਰਤਣਾ ਸੀ, ਸਰੀਰ ਸੜ ਚੁੱਕਿਆ ਸੀ ਕਾਫੀ, ਹੁਣ ਬਚਣ ਦਾ ਕੋਈ, ਉਹ ਪ੍ਰਾਣ ਤਾਂ ਪੰਖੇਰੂ ਉੱਡ ਚੁੱਕੇ ਸਨ। ਆਖਰਕਾਰ ਉਹ ਸੜਿਆ ਹੋਇਆ ਸਰੀਰ ਕੱਢਣ ਵਾਸਤੇ ਹੀਲਾ ਵਸੀਲਾ ਜਿਹੜਾ ਵਰਤਿਆ ਗਿਆ, ਚਰਬੀ ਸੇਤ ਦੇ ਦਰਸਾਵਾ। ਤੇ ਜਿਹੜਾ ਸਰੀਰ ਸੀ ਮਾਸ ਸਾਰਾ ਸੜ ਚੁੱਕਿਆ ਸੀ, ਚਿੱਟੀਆਂ ਹੱਡੀਆਂ ਤੇ ਨਾਲ ਮਾੜੀ ਚਰਬੀ ਜਿਹੜੀ ਸੀ ਚਿੱਟੀ ਚਿੱਟੀ, ਸਿਰਫ ਉਹ ਨਜ਼ਰ ਆਉਂਦੀ ਸੀ। ਹਾਏ ਹਾਏ ਕਹਿ ਪ੍ਰਿਥੀਆ ਰੋਇਓ। ਇਧਰ ਪ੍ਰਿਥੀ ਚੰਦ ਵੀ ਹਾਏ ਹਾਏ ਕਰਦਾ ਹੋਇਆ, ਉਹ ਬਾਬਾ ਪ੍ਰਿਥੀ ਚੰਦ ਵੀ ਬੜਾ ਹੁਣ ਰੋਂਦਾ ਹੈ। ਕਾਰਨ ਕੌਣ ਅਚਾਨਕ ਹੋਇਓ। ਸੋਚਾਂ ਵਿੱਚ ਪੈ ਗਿਆ, ਇਹ ਕੀ ਕਾਰਨ ਬਣ ਗਿਆ, ਮੈਂ ਤੇ ਕੁਝ ਹੋਰ ਸੋਚੀ ਬੈਠਾ ਸੀ, ਇਹ ਕੀ ਭਾਣੀ ਵਰਤ ਗਈ ਐ। ਮਿਹਰਬਾਨ ਕੇ ਸਹਿਤ ਪੁਕਾਰੈ। ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹ ਵੀ ਨਾਲ ਇਸੇ ਤਰੀਕੇ ਦੇ ਨਾਲ ਇਕੱਠੇ ਨੇ। ਉਹ ਵੀ ਰੌਲਾ ਪਾਉਂਦੇ, ਹੈਰਾਨ ਹੋ ਕੇ ਕੀ ਹੋ ਗਿਆ। ਅਸ਼ਰ ਬਲੋਚਨ ਤੇ ਗਨ ਡਾਰੈ। ਕਹਿੰਦੇ ਇਸ ਤਰੀਕੇ ਨਾਲ ਅੱਖਾਂ ਚੋਂ ਅਥਰੂ ਨਿਕਲਦੇ ਨੇ, ਨੇਤਰ ਨੀਰ ਨਾਲ ਭਰੇ ਹੋਏ ਰੋਂਦੇ ਹਨ। ਇਹ ਮਰਿਓ ਕਮੌਤ ਸੰਗ ਕੇ ਕਹੈ। ਤੇ ਜਿਹੜੇ ਨਾਲ ਦੇ ਪੁੱਤਰ ਹੋਰ ਸਖਾ ਮੁਸਲਮਾਨ ਫੌਜਦਾਰ ਜਿਹੜੇ ਨਾਲ ਸਨ, ਉਹ ਕਹਿੰਦੇ ਇਹ ਤੇ ਬੜੀ ਭੈੜੀ ਕਮੌਤੇ ਮੌਤੇ ਮਰਿਆ ਹੈ, ਮੈਂ ਭਾਵ ਕਮੌਤ ਮਰ ਗਿਆ ਹੈ, ਮਾੜੀ ਮੌਤੇ ਮਰਿਆ ਹੈ ਸੁਲੀ ਖਾਨ। ਯਾ ਖੁਦਾਈ ਦੋਜਕ ਇਹ ਲਹੈ। ਇਹ ਕਹਿੰਦੇ ਤੇ ਰੱਬ ਵੱਲੋਂ ਮਨ ਨੂੰ ਨਰਕਾਂ ਵਿੱਚ ਪਾ ਦਿੱਤਾ ਗਿਆ, ਮਾੜੀ ਹੋਈ ਹੈ ਇਹਦੇ ਨਾਲ। ਦਫਨ ਕਰਨ ਕੋ ਤੁਰਕ ਇਮਾਨ। ਕਿਉਂਕਿ ਮੁਸਲਮਾਨ ਵੀਰਾਂ ਵਿੱਚ ਇਹ ਭਾਵਨਾ ਹੈ ਕਿ ਉਹਨਾਂ ਦੇ ਅਨੁਸਾਰ ਜਿਹੜਾ ਕੋਈ ਵੀ ਮੁਸਲਮਾਨ ਜਦੋਂ ਮਰ ਜਾਵੇ ਤੇ ਉਹਨੂੰ ਅਖੀਰ ਦੇ ਵਿੱਚ ਅੱਗ 'ਚ ਨਹੀਂ ਸਾੜਿਆ ਜਾਂਦਾ, ਉਹਨੂੰ ਦਫਨ ਕੀਤਾ ਜਾਂਦਾ ਹੈ। ਸੜਨਾ ਜਿਹੜਾ ਹੈ ਬਹੁਤ ਅਪਵਿੱਤਰ ਮੰਨਿਆ ਜਾਂਦਾ ਹੈ, ਨਾ ਪਾਕ ਕਿਹਾ ਜਾਂਦਾ ਹੈ। ਕਹਿੰਦੇ ਇਹਨੂੰ ਤੇ ਦੱਬਣਾ ਸੀ, ਪਰ ਇਹ ਤੇ ਸੜ ਕੇ ਹੀ ਮਰ ਗਿਆ ਹੈ। ਜਰਿਓ ਮਰਿਓ ਦੁਖ ਲੈ ਮਹਾਨ। ਬੜਾ ਵੱਡਾ ਇਹ ਨਰਕਾਂ ਵਿੱਚ ਜਾਏਗਾ, ਦੋਜਖ ਦੀ ਅੱਗ ਵਿੱਚ ਸੜੇਗਾ, ਜੋ ਇਸ ਤਰੀਕੇ ਨਾਲ ਅੱਗ ਵਿੱਚ ਸੜ ਕੇ ਮਰਿਆ। ਇਹ ਨਾਲ ਦੇ ਇਸ ਤਰੀਕੇ ਨਾਲ ਗੱਲਾਂ ਕਰਦੇ ਹਨ। ਬਹੁਰ ਦੁਸ਼ਾਲਾ ਤਿਸ ਪਰ ਡਾਲਾ। ਆਖਰਕਾਰ ਬਾਬਾ ਪ੍ਰਿਥੀ ਚੰਦ ਜੀ ਹੀਲਾ ਵਸੀਲਾ ਕਰਕੇ ਉਹ ਸੜੀ ਹੋਈ ਲਾਸ਼ ਵਿੱਚੋਂ ਕੱਢਦੇ ਹਨ, ਆਵੇ ਚੋਂ ਖਾਟ ਪਾਏ ਕਰ ਵੈਰ ਨਿਕਾਲਾ। ਇੱਕ ਮੰਜੇ ਤੇ ਪਾ ਕਰਕੇ ਬਾਹਰ ਕੱਢਦੇ ਨੇ, ਉਹਦੇ ਉੱਪਰ ਇੱਕ ਦੁਸ਼ਾਲਾ ਜਿਹੜਾ ਹੈ ਉਹ ਕੱਪੜਾ ਪਾਇਆ ਜਾਂਦਾ ਹੈ। ਖਬਰ ਖੋਦ ਕਰ ਤਿਨਹਿ ਦਫਨਾਇਓ। ਹੁਣ ਇਹੋ ਜੀ ਸਰੀਰ ਦੀ ਹਾਲਤ ਸੀ, ਨਾ ਕੋਈ ਵੇਖ ਸਕਦਾ ਸੀ, ਨਾ ਕੋਈ ਸਾਂਭ ਸਕਦਾ ਸੀ। ਆਖਰਕਾਰ ਜਿਹੜੀਆਂ ਹੱਡੀਆਂ ਜਾਂ ਮਿੱਝ ਆਦਿਕ ਸਰੀਰ ਦਾ ਮਾੜਾ ਮੋਟਾ ਹਿੱਸਾ ਬਚਿਆ, ਕਬਰ ਪੁੱਟ ਕੇ ਲਾਗੇ। ਫਿਰ ਉਸ ਕਬਰ ਦੇ ਵਿੱਚ ਮੁਸਲਮਾਨਾਂ ਦੀ ਰੀਤ ਅਨੁਸਾਰ ਜਿਹੜੇ ਪੁੱਤਰ ਤੇ ਭਰਾ ਜਿਹੜੇ ਸਖਾ ਸਨ, ਉਹਨਾਂ ਰਲ ਕੇ ਫਿਰ ਕਬਰ ਵਿੱਚ ਬਾਕੀ ਦੱਬਿਆ ਹੈ। ਸਭ ਮੈਂ ਸ਼ੋਕ ਅਦਕ ਬਿਦਤਾਇਓ। ਸਾਰਿਆਂ ਦੇ ਵਿੱਚ ਹੁਣ ਇਹ ਦੁੱਖ ਦੀ ਲਹਿਰ ਹੈ ਬੜਾ, ਕਿਉਂਕਿ ਇਹਨਾਂ ਦਾ ਸਰਦਾਰ ਜਿਹੜਾ ਫੌਜਦਾਰ ਮੁਖੀ ਸੀ ਉਹੀ ਮਰ ਗਿਆ ਹੈ। ਇਸ ਕਰਕੇ ਨਾਲੇ ਐਡੀ ਭੈੜੀ ਮੌਤੇ ਮਰਿਆ ਹੈ, ਅੱਗ ਵਿੱਚ ਸੜ ਕੇ ਮਰਿਆ। ਇਸ ਕਰਕੇ ਸਾਰੇ ਬੜੇ ਹੁਣ ਦੁਖੀ ਹੋ ਰਹੇ ਹਨ। ਜਥਾ ਪੁੱਤਰ ਭਰਾਤਾ ਹਿਤਕਾਰੀ। ਬਾਬਾ ਪ੍ਰਿਥੀ ਚੰਦ ਜੀ ਤੇ ਐਵੇਂ ਸੋਚ ਰਹੇ ਜਿਵੇਂ ਕੋਈ ਸਕਾ ਉਹਨਾਂ ਦਾ ਚੜ੍ਹਾਈ ਕਰਕੇ ਆਵੇ। ਜਿੱਥੇ ਬਾਬਾ ਪ੍ਰਿਥੀ ਚੰਦ ਬਾਬਾ ਮਿਹਰਬਾਨ ਜੀ ਦੁਖੀ ਹਨ,
ਉੱਥੇ ਇਹਦਾ ਸੁਲੀ ਖਾਨ ਦਾ ਪੁੱਤਰ, ਉਹਦੇ ਸਾਥੀ ਵੀ ਸਾਰੇ ਜਿਹੜੇ ਬੜੇ ਦੁਖੀ ਹੋ ਰਹੇ ਹਨ। ਮਰੇ ਹੋਤ ਸ਼ੋਕਤ ਦੁਖ ਭਾਰੀ। ਜਿਵੇਂ ਭਰਾ ਕੋਈ ਸੱਜਣ, ਕੋਈ ਆਪਣਾ ਕੋਈ ਪੁੱਤਰ ਭਰਾ ਚੜ੍ਹਾਈ ਕਰਨ ਤੇ ਦੁੱਖ ਹੁੰਦਾ, ਇਦਾਂ ਬਾਬਾ ਪ੍ਰਿਥੀ ਚੰਦ ਤੇ ਸਾਰੇ ਬੜੇ ਦੁਖੀ ਹੋ ਰਹੇ ਹਨ। ਤਿਮ ਪ੍ਰਿਥੀਏ ਨੇ ਸੰਕਟ ਪਾਵਾ। ਤੇ ਇਧਰ ਜਿਹੜਾ ਪੁੱਤਰ ਹੈ ਨਾ ਸੁਲੀ ਖਾਨ ਦਾ, ਉਹ ਮਾਨੀ ਮਨ ਦੇ ਵਿੱਚ ਇਸ ਤਰੀਕੇ ਦੇ ਨਾਲ ਸੋਚਦਾ ਹੈ ਕਿ ਇਹ ਤੇ ਬਾਬਾ ਪ੍ਰਿਥੀ ਚੰਦ ਜੀ ਨੇ ਲੱਗਦਾ ਹੈ, ਇਹ ਸਾਰਾ ਮੇਰੇ ਤੇ ਸੰਕਟ ਲੈ ਕਰਕੇ ਆਉਂਦਾ ਹੈ। ਉਹ ਬੜਾ ਦੁਖੀ ਹੋ ਕਰਕੇ ਜਿਹੜਾ ਪੁੱਤਰ ਹੈ, ਭਰਾ ਹੈ, ਉਹ ਬੜੇ ਇਸ ਤਰੀਕੇ ਦੇ ਨਾਲ ਬੜੇ ਮਨ ਦੇ ਵਿੱਚ ਗੱਲਾਂ ਵਿਚਾਰਾਂ ਕਰਦੇ ਹਨ। ਚਿਤਵੈ ਮੁਝ ਕਲੰਕ ਇਹ ਆਵਾ। ਤੇ ਬਾਬਾ ਪ੍ਰਿਥੀ ਚੰਦ ਵੀ ਮਨ 'ਚ ਸੋਚਦੇ ਨੇ ਕਿ ਇਹ ਤੇ ਲੱਗਦਾ ਕਲੰਕ ਮੇਰੇ ਸਿਰ ਹੀ ਲੱਗੇਗਾ, ਇਹ ਪੁੱਤਰ ਤੇ ਸਾਰੇ ਸਾਥੀ ਮੇਰੇ ਸਿਰ ਹੀ ਦੋਸ਼ ਦੇਣਗੇ ਕਿ ਇਹਦੇ ਕਰਕੇ ਸਾਡਾ ਸਰਦਾਰ ਮਾਰਿਆ ਗਿਆ ਹੈ। ਸੁਲਹੀ ਸੁਤਰ ਦੇਅੰਤ ਪੁਕਾਰਾ। ਆਖਰਕਾਰ ਇੰਨੇ ਚਿਰ ਨੂੰ ਸੁਲਹੀ ਦਾ ਪੁੱਤ ਜਿਹੜਾ ਰੋਂਦਾ ਹੋਇਆ ਉੱਚੀ ਦਾਣੀ ਇਹ ਗੱਲ ਕਹਿੰਦਾ ਹੈ ਪ੍ਰਿਥੀਏ ਨੇ ਪਿਤ ਜਾਰਤ ਮਾਰਾ। ਕਿ ਪ੍ਰਿਥੀ ਚੰਦ ਨੇ ਮੇਰੇ ਪਿਓ ਨੂੰ ਸਾੜ ਕਰਕੇ ਮਾਰ ਦਿੱਤਾ। ਇਦਾਂ ਦਾ ਦੋਸ਼ ਹੁਣ ਪੁੱਤਰ ਗੁੱਸੇ ਵਿੱਚ ਹੈ, ਪਿਓ ਮਰ ਗਿਆ ਹੈ ਸੜ ਕੇ ਸਾਹਮਣੇ, ਇਦਾਂ ਫਿਰ ਕਹਿੰਦਾ ਹੈ ਭਲੋ ਸਖਾਪਨ ਕੋ ਫਲ ਦੀਨਾ। ਕਹਿੰਦੇ ਚੰਗਾ ਕੀਤਾ ਹੈ, ਚੰਗੀ ਇਹਨੇ ਮਿੱਤਰਤਾ ਨਿਭਾਈ ਹੈ, ਤੇ ਮੇਰੇ ਪਿਓ ਨੂੰ ਇਹਨੇ ਸਾੜ ਕਰਕੇ ਮਾਰ ਦਿੱਤਾ ਹੈ। ਮੈਂ ਅਬ ਚਾਹੂੰ ਤੋਏ ਸਭ ਕੀਨਾ। ਕਹਿਣ ਲੱਗੇ ਪ੍ਰਿਥੀ ਚੰਦਾ, ਮੈਂ ਹੁਣ ਤੇਰੇ ਨਾਲ ਵੈਰ ਕਮਾਵਾਂਗਾ, ਪਿਓ ਦੀ ਮੌਤ ਦਾ ਬਦਲਾ ਤੈਥੋਂ ਲਵਾਂਗਾ। ਛਲ ਕਰ ਜਾ ਰਿਓ ਅਗਨ ਪਖਾਏ। ਤੂੰ ਜਾਣ ਬੁੱਝ ਕੇ ਅੱਗ ਪਖਾਈ ਸੀ, ਛਲ ਕਪਟ ਕੀਤਾ ਹੈ ਮੇਰੇ ਪਿਤਾ ਨੂੰ, ਤੂੰ ਆਪ ਸਾੜ ਕੇ ਮਾਰਿਆ ਹੈ। ਸ਼ਾਦ ਸ਼ਾਰ ਚੜਵਾਏ ਪਚਾਏ। ਜਿਹੜਾ ਛੇਕ ਸੀ ਉਹ ਸਵਾਹ ਨਾਲ ਢੱਕ ਕੇ ਤੇ ਤੂੰ ਉਸ ਤਰੀਕੇ ਦੇ ਨਾਲ ਮੇਰੇ ਪਿਤਾ ਨੂੰ ਉੱਥੇ ਆਵੇ ਤੇ ਆਪ ਚੜਾ ਦਿੱਤਾ ਹੈ। ਮੈਂ ਕਿਹਾ ਤੋਏ ਕਪਟ ਨਾ ਜਾਣੋ। ਮੈਨੂੰ ਕੀ ਤੇਰੇ ਕਪਟ ਵੱਲ ਛਲ ਫਰੇਬ ਦਾ ਕੀ ਪਤਾ ਨਹੀਂ ਹੈ। ਇਸ ਕੋ ਪਲਟਾ ਤਿਸ ਬਿਦ ਠਾਨੋ। ਤੇ ਮੈਂ ਤੇਰੇ ਕੋਲ ਆਪਣੇ ਪਿਓ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਇਤ ਆਦਿਕ ਸੁਨ ਪ੍ਰਿਥੀਆ ਡਰਿਓ। ਇਹ ਗੱਲਾਂ ਸੁਲੀ ਦੇ ਪੁੱਤ ਕੋ ਸੁਣ ਕੇ ਬਾਬਾ ਪ੍ਰਿਥੀ ਚੰਦ ਫੇਰ ਡਰ ਜਾਂਦਾ ਹੈ। ਹਿਰਦੈ ਤਿਸ ਹਰਖਣ ਕਰਿਓ। ਸੋਚਦਾ ਹੈ ਕਿਵੇਂ ਇਹਨੂੰ ਹੁਣ ਖੁਸ਼ ਕਰਾਂ, ਕਿਵੇਂ ਇਹਨੂੰ ਪ੍ਰਸੰਨ ਕਰਾਂ, ਕਿਵੇਂ ਇਹਦੇ ਮਨ ਦਾ ਡਰ ਭਰਮ ਜਿਹੜਾ ਦੂਰ ਕਰਾਂ। ਕਰ ਕੋ ਜੋਰਤ ਬਿਨੈ ਬਖਾਨੈ। ਹੱਥ ਜੋੜ ਕੇ ਬੇਨਤੀਆਂ ਕਰਦਾ ਹੈ ਬਾਬਾ ਪ੍ਰਿਥੀ ਚੰਦ ਸੁਲੀ ਖਾਨ ਦੇ ਪੁੱਤ ਅੱਗੇ। ਤੁਝ ਤੇ ਅਦਕ ਹਿਤੂ ਹਮ ਮਾਨੈ। ਕਿ ਤੇਰਾ ਦੁੱਖ ਜਾਇਜ਼ ਹੈ, ਪਰ ਤੇਰੇ ਨਾਲੋਂ ਵੱਧ ਦੁੱਖ ਮੈਨੂੰ ਹੈ। ਤੇਰੇ ਨਾਲੋਂ ਮੈਨੂੰ ਸੁਲੀ ਖਾਨ ਜ਼ਿਆਦਾ ਪਿਆਰਾ ਸੀ। ਹੁਣ ਹਾਰ ਕੋ ਲਖੈ ਨਾ ਕੋਈ। ਪਰ ਰੱਬ ਦੀ ਜਿਹੜੀ ਹੋਣੀ ਹੈ, ਹੁਣ ਇਸ ਢੰਗ ਨਾਲ ਰੱਬੀ ਗੱਲਾਂ ਕਰਨ ਲੱਗ ਪੈਂਦੇ ਨੇ ਕਿ ਹੁਣ ਤੇ ਰੱਬ ਦੀ ਜਿਹੜੀ ਹੋਣੀ ਸੀ ਉਹ ਕੌਣ ਜਾਣ ਸਕਦਾ ਹੈ। ਅਚਵਤ ਸੁਦਾ ਹਲਾ ਹਲ ਹੋਈ। ਕਈ ਵਾਰ ਬੰਦਾ ਛਕਣਾ ਤੇ ਅੰਮ੍ਰਿਤ ਚਾਹੁੰਦਾ ਹੈ, ਪਰ ਕਈ ਵਾਰ ਅੰਮ੍ਰਿਤ ਵੀ ਉਹਦੇ ਵਾਸਤੇ ਮਾਨੋ ਜ਼ਹਿਰ ਬਣ ਜਾਂਦਾ ਹੈ। ਤੁਹਾਡੇ ਅਧੀਨ ਦੂਧ ਕੇ ਲੈਬੇ। ਉਹਨੇ ਪਾਲੀ ਤੇ ਗਾਂ ਹੁੰਦੀ ਹੈ ਦੁੱਧ ਵਾਸਤੇ, ਕਿ ਦੁੱਧ ਇਹਦੇ ਤੋਂ ਮਿਲੇਗਾ। ਜਿਮ ਹੋਏ ਸ਼ੇਰ ਉਠੇ ਤਨ ਖੈਬੇ। ਪਰ ਕਈ ਵਾਰ ਗਾਂ ਹੀ ਸ਼ੇਰ ਬਣ ਕੇ ਮਾਨੋ ਉਸ ਬੰਦੇ ਦਾ ਆਪਣਾ ਨੁਕਸਾਨ ਕਰ ਦਿੰਦੀ ਹੈ। ਜਿਹੜੀ ਗਾਂ ਹੀ ਸਿੰਗ ਮਾਰ ਕੇ ਬੰਦੇ ਨੂੰ ਕਈ ਵਾਰ ਮਾਰ ਜਾਂਦੀ ਹੈ। ਕਹੂੰ ਕਾਂ ਕੁਛ ਬਾਤ ਨਾ ਕਹਿਬੇ। ਕਿਹੜੀ ਗੱਲ ਬਣ ਗਈ ਹੁਣ, ਕੁਛ ਕਹਿਣ ਜੋਗਾ ਮੈਂ ਨਹੀਂ ਰਿਹਾ, ਕੀ ਤੈਨੂੰ ਦੱਸਾਂ। ਮੁਝ ਤਜ ਚੜਿਓ ਤੁਰਤ ਪਾ ਦਹਿਬੇ। ਕਿ ਮੈਨੂੰ ਤੇ ਪਿੱਛੇ ਛੱਡ ਕੇ ਤੇ ਆਪ ਤੇਰਾ ਪਿਤਾ ਪਹਿਲਾਂ ਹੀ ਮੇਰੇ ਨਾਲ ਮੈਨੂੰ ਦੱਸੇ ਬਗੈਰ ਪਿੱਛੇ ਛੱਡ ਕੇ ਆਪ ਤੇਜ਼ੀ ਨਾਲ ਦੌੜ ਕੇ ਅੱਗੇ ਵੱਧ ਗਿਆ ਸੀ। ਅਪਰ ਅਨੇਕ ਦੀਨਤਾ ਲਹਿ ਲਹਿ। ਇਸ ਤਰੀਕੇ ਨਾਲ ਨਿਮਰਤਾ ਨਾਲ ਬੇਨਤੀਆਂ ਬਾਰ-ਬਾਰ ਕਰਕੇ ਸਮਝਾਵਤ ਬਹੁ ਭੰਤਨ ਕਹਿ ਕਹਿ। ਬੜੀਆਂ ਦਲੀਲਾਂ ਦੇ ਦੇ ਕੇ ਸੁਲੀ ਖਾਨ ਦੇ ਪੁੱਤਰ ਨੂੰ ਬਾਬਾ ਪ੍ਰਿਥੀ ਚੰਦ ਠੰਡਿਆਂ ਕਰਦੇ ਨੇ। ਫਿਰ ਕਿਵੇਂ ਧਾਨਾਦਿਕ ਦੇ ਕੇ ਨਾਲਦਿਆਂ ਨੂੰ ਸਮਝਾਉਂਦੇ ਐ। ਤੇ ਇਧਰ ਸਤਿਗੁਰ ਪਾਤਸ਼ਾਹ ਮਹਾਰਾਜ ਜਿਵੇਂ ਨਿਰੰਕਾਰ ਦੇ ਸ਼ੁਕਰ ਦੇ ਵਿੱਚ ਇਹ ਸ਼ਬਦ ਪੜ੍ਹਦੇ ਐ, ਸੁਲੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਹ ਕਿਵੇਂ ਇੱਕ ਇੱਕ ਸ਼ਬਦ ਦੇ ਅੰਦਰ ਉਹ ਬਚਨ ਨੇ ਜਿਹੜੇ ਪ੍ਰਤੱਖ ਹੋਏ ਸਨ, ਜੋ ਸਤਿਗੁਰ ਪਾਤਸ਼ਾਹ ਦੇ ਬਚਨ ਨੇ। ਗੁਰੂ ਘਰ ਵਿੱਚ ਮਾੜੀ ਸੋਚ ਲੈ ਕੇ ਆਇਆ, ਉਹ ਫਿਰ ਅਵਸਥਾ ਆਪ ਹੀ ਬਣ ਗਈ। ਕਾੜ ਕੁਠਾਰ ਖਸਮ ਸਿਰ ਕਾਟਿਆ, ਖਿੰਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ। ਇਹ ਸਤਿਗੁਰ ਪਾਤਸ਼ਾਹ ਦੇ ਦਰ ਘਰ ਦੀ ਬਾਤ। ਨਾਲੇ ਇਸ ਤੋਂ ਬਾਅਦ ਵਿੱਚ ਜਿਵੇਂ ਇਧਰ ਚੰਦੂ ਦੇ ਨਾਲ ਪ੍ਰਿਥੀਏ ਦਾ ਮੇਲ ਜੋਲ ਹੁੰਦਾ ਹੈ,
ਹੋਰ ਕਿਵੇਂ ਚਾਲਾਂ ਚੱਲੀਆਂ ਜਾਂਦੀਆਂ ਨੇ, ਇਹ ਪ੍ਰਸੰਗ ਆਪਾਂ ਕੱਲ ਦੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ। ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੀ ਗੋਦ ਦੇ ਵਿੱਚ ਆਓ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਹੈ ਜੀ। ਕਹੋ ਕਾਂ ਕੁਛ ਬਾਤ ਨ ਕਹਿਬੇ, ਮੁਝ ਤਜ ਚੜਿਓ ਤੁਰਤ ਭਾਦੈ ਬੇ। ਅਪਰ ਅਨੇਕ ਦੀਨਤਾ ਲਹਿ ਲੈ, ਸਮਝਾਵਤ ਬਹੁ ਭਾਂਤਨ ਕਹਿ ਕਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।